जिनी नाम ते आया गई मसकत कालो। नानक ते मुख उजले कीती छुट्टी नाल। नानक ते मुख उजले कीती छुट्टी नालो। वाहेगुरु जी का खालसा वाहेगुरु जी की फतेह। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ
ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਛਬ ਛਾਪ ਛਲਾਇਨ ਚਾਰੂ ਛਕੀ, ਕਟਤੇ ਤਟ ਕਾਛ ਕਛੀ ਵਿਦਿਆਛੀ। ਕਰ ਕੰਕਨ ਕੰਚਨ ਹੀਰ ਗਚੇ ਵਿੱਚ, ਚੰਚਲ ਲੋਚਨ ਜੋ ਜਲ ਮਾਛੀ। ਗਰ ਪ੍ਰਾਰਬ੍ਰਿਤ ਨੀਵ ਮਨੋਗ ਬਨਿਓ, ਬਰ ਚੀਰਨ ਕੀ ਕਾਰ ਪੋਸ਼ਿਸ਼ ਕਾਛੀ। ਖਰ ਤੀਰ ਤਰੇ ਕਰ ਫੇਰਤ ਹੀਰਤ, ਦੇਹ ਤਰੇ ਨਰ ਪੂਰਨ ਸਾਛੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤਨਤਾ ਦੇ ਪਾਤਰ ਹੋ। ਵੈਰਾਗ, ਤਿਆਗ ਤੇ ਅਨੁਰਾਗ ਦੀ ਮਹਾਨ ਮੂਰਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰਕੇ ਆਪ ਜੀ ਆਪਣਾ ਜੀਵਨ ਸਫਲਾ ਬਣਾ ਰਹੇ। ਦਸੋਂ ਪਾਤਸ਼ਾਹੀਆਂ ਦੇ ਮੰਗਲ ਚੱਲ ਰਹੇ ਨੇ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਗੁਰੂ ਪਾਤਸ਼ਾਹ ਦੇ ਮੰਗਲ ਗਾਏ ਹਨ। ਕਲਗੀਧਰ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇ ਕੇ ਧਨੀ ਸਤਿਗੁਰੂ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਆਓ ਦਸਮੇਸ਼ ਪਿਤਾ ਦੇ ਪਾਵਨ ਸਵਰੂਪ ਨੂੰ ਹਿਰਦੇ 'ਚ ਵਸਾਈਏ। ਮਹਾਕਵੀ ਜੀ ਗੁਰੂ ਕਲਗੀਧਰ ਦੀ ਸੋਭਾ ਗਾ ਰਹੇ ਨੇ। ਸਾਹਿਬਾਂ ਦੀ ਸੋਭਾ ਵਿੱਚ ਜੁੜੀਏ। ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛਬ ਛਾਪ ਛਲਾਇਨ ਚਾਰੂ ਛਕੀ, ਕਟਤੇ ਤਟ ਕਾਛ ਕਛੀ ਵਿਦਿਆਛੀ। ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਜੀ ਦੇ ਪਾਵਨ ਦਸਤ ਕਮਲਾਂ ਵਿੱਚ, ਕਿਉਂਕਿ ਬਾਦਸ਼ਾਹ ਦਰਵੇਸ਼ ਨੇ ਤੋ ਬਾਦਸ਼ਾਹੀ ਠਾਠ ਹੈ ਸਤਿਗੁਰਾਂ ਦੇ ਸਵਰੂਪ ਦਾ। ਹੱਥਾਂ ਦੇ ਵਿੱਚ ਛਾਪਾਂ ਦੀ ਛਵੀ ਤੇ ਛੱਲਿਆਂ ਦੀ ਸੁੰਦਰਤਾ ਜਿਹੜੀ ਹੈ ਉਹ ਵਿਸਮਾਦ ਕਰ ਰਹੀ ਹੈ। ਕੱਟ ਤੇ ਤਟ ਕਾਛ ਕਛੀ ਵਿਦਿਆਛੀ, ਔਰ ਲੱਕ ਨਾਲ ਜਿੱਥੇ ਕਮਰ ਕੱਸਾ ਬੱਧਾ ਉੱਥੇ ਗੁਰਦੇਵ ਨੇ ਸਰੀਰ ਦੇ ਉੱਤੇ ਤੇੜ ਕਛਹਿਰਾ ਧਾਰਨ ਕੀਤਾ ਹੋਇਆ, ਜੋ ਗੋਡਿਆਂ ਤੱਕ, ਗੋਡਿਆਂ ਦੀ ਚੱਪਣੀ ਨੂੰ ਕੱਜ ਰਿਹਾ ਹੈ। ਇਹ ਮਹਾਰਾਜ ਜੀ ਦਾ ਵੀਰ ਅਸੀਂ ਸਵਰੂਪ ਮਹਾਕਵੀ ਜੀ ਵਰਣਨ ਕਰ ਰਹੇ ਹਨ। ਕਰ ਕੰਕਨ ਕੰਚਨ ਹੀਰ ਗਚੇ ਵਿੱਚ,
ਚੰਚਲ ਲੋਚਨ ਜਿਉ ਜਲ ਮਾਛੀ। ਹੱਥਾਂ ਦੇ ਵਿੱਚ ਕੰਕਨ ਕੜੇ ਨੇ, ਸੋਨੇ ਦੇ ਕੜੇ ਨੇ। ਉਹਨਾਂ ਸੋਨੇ ਦੇ ਕੜਿਆਂ ਵਿੱਚ ਬੜੇ ਬੜੇ ਕੀਮਤੀ ਨਾਗ ਤੇ ਹੀਰੇ ਜੜੇ ਹੋਏ ਨੇ। ਕਰ ਕੰਕਨ ਕੰਚਨ ਹੀਰ ਗਚੇ, ਹੀਰੇ ਵਿੱਚ ਲੱਗੇ ਹੋਏ ਨੇ। ਫਿਰ ਮਹਾਰਾਜ ਜੀ ਦੇ ਜਿਹੜੇ ਨੇਤਰ ਹਨ, ਵਿੱਚ ਚੰਚਲ ਲੋਚਨ ਜਿਉ ਜਲ ਮਾਛੀ। ਮਹਾਰਾਜ ਜੀ ਦੇ ਨੇਤਰ ਇਤਨੇ ਸੁੰਦਰ, ਸੱਜੇ ਖੱਬੇ ਜਦੋਂ ਮਹਾਰਾਜ ਜੀ ਵੇਖਦੇ ਤੇ ਬੜੇ ਚੰਚਲ ਹੁੰਦੇ। ਏਦਾਂ ਜਾਪਦਾ ਜਿਵੇਂ ਪਾਣੀ ਵਿੱਚ ਦੋ ਮੱਛ ਨਾ ਹਿੱਲਦੇ ਹੋਣ, ਨਜ਼ਰ ਆਉਂਦੇ ਹੋਣ। ਕਾਲੇ ਰੰਗ ਦੇ ਦੋ ਮੱਛ ਉਹ ਪਾਣੀ 'ਚ ਹਿੱਲਦੇ ਹੋਣ। ਏਦਾਂ ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਜਿਹੜੇ ਮਹਾਰਾਜ ਜੀ ਦੀਆਂ ਚਿੰਮੀਆਂ ਨੇ ਕਾਲੇ ਰੰਗ ਦੀਆਂ, ਉਹ ਸੱਜੇ ਖੱਬੇ ਚੰਚਲਤਾਈ ਨਾਲ ਫਰਕਦੀਆਂ ਹਨ। ਗਰ ਪ੍ਰਾਵ੍ਰਿਤ ਨੀਵ ਮਨੋਗ ਬਨਿਓ। ਪ੍ਰਾਵ੍ਰਿਤ ਕਹਿੰਦੇ ਆ ਚੋਲੇ ਨੂੰ। ਸਰੀਰ ਦੇ ਉੱਤੇ ਮਹਾਰਾਜ ਜੀ ਨੇ ਬੜਾ ਸੁੰਦਰ ਚੋਲਾ ਚੋਗਾ ਧਾਰਨ ਕੀਤਾ ਹੈ ਤੇ ਬੜਾ ਹੀ ਸੁੰਦਰ ਹੈ। ਕਾਮਦੇਵ ਦੀ ਸੁੰਦਰਤਾ ਵੀ ਸਤਿਗੁਰੂ ਜੀ ਦੀ ਸੁੰਦਰਤਾ ਦੇ ਸਨਮੁਖ ਫਿੱਕੀ ਪੈ ਰਹੀ ਹੈ। ਕਰੋੜਾਂ ਕਾਮਦੇਵ ਵੀ ਇਕੱਠੇ ਹੋ ਕੇ ਸਤਿਗੁਰੂ ਜੀ ਦੀ ਸੁੰਦਰਤਾ ਦੀ ਛਵੀ ਦੇ ਤੁਲ ਨਹੀਂ ਹੋ ਸਕਦੇ। ਬਰ ਚੀਰਨ ਕੀ ਕਰ ਪੋਸ਼ਿਸ਼ ਕਾਚੀ। ਬੜੇ ਸ੍ਰੇਸ਼ਟ ਵਸਤਰਾਂ ਦੀ ਪੁਸ਼ਾਕ ਹੈ ਜਿਹੜੀ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਕਾਛੀ ਮਤਲਬ ਕੱਸੀ ਹੋਈ ਹੈ, ਪੁਸ਼ਾਕ ਸਰੀਰ ਤੇ ਧਾਰਨ ਕੀਤੀ ਹੋਈ ਹੈ। ਖਰ ਤੀਰ ਤਰੇ ਕਰ ਪੇਰਤ ਹੀਰਤ ਦੇਹ ਤਰੇ ਨਰ ਪੂਰਨ ਸਾਚੇ। ਹੱਥ ਵਿੱਚ ਮਹਾਰਾਜ ਜੀ ਨੇ ਤਿੱਖਾ ਤੀਰ ਫੜਿਆ, ਵੀਰ ਆਸਣ ਤੇ ਬੈਠੇ। ਕਲਗੀਧਰ ਦਾ ਵੀਰ ਆਸਣ ਵਰਣਨ ਕਰ ਰਹੇ ਨੇ। ਵੀਰ ਆਸਣ ਕਿਹੜਾ ਹੁੰਦਾ ਹੈ? ਵੀਰ ਆਸਣ ਹੁੰਦਾ ਹੈ ਖੱਬਾ ਗੋਡਾ ਥੱਲੇ ਖੋਰ ਕੇ ਬਹਿ ਜਾਣਾ ਤੇ ਸੱਜਾ ਗੋਡਾ ਚੁੱਕ ਕੇ ਬੈਠ ਜਾਣਾ। ਜਿਸ ਵੀਰ ਆਸਣ ਦੇ ਵਿੱਚ ਆਪਾਂ ਖੰਡੇ ਦੀ ਪੌਲ ਛਕਦੇ ਹਾਂ ਜਾਂ ਖੰਡੇ ਦੀ ਪੌਲ ਪੰਜ ਸਿੰਘ ਤਿਆਰ ਕਰਦੇ, ਉਹਨੂੰ ਵੀਰ ਆਸਣ ਕਹਿੰਦੇ ਆ। ਉਸ ਵੀਰ ਆਸਣ 'ਚ ਮਹਾਰਾਜ ਜੀ ਬੈਠੇ ਨੇ। ਹੱਥ ਦੇ ਵਿੱਚ ਏਦਾਂ ਤੀਰ ਫੜਿਆ ਤੇ ਉਹਨੂੰ ਗੋਲ ਗੋਲ ਘੁਮਾਉਂਦੇ ਆ। ਬੜਾ ਤਿੱਖਾ ਤੀਰ ਹੈ, ਵੈਰੀਆਂ ਦੀਆਂ ਹਿੱਕਾਂ ਨੂੰ ਸੁੱਕਾ ਨਿਕਲ ਜਾਏ ਚੀਰਦਾ ਹੋਇਆ, ਇਹੋ ਜਿਹਾ ਤਿੱਖਾ ਤੀਰ। ਉਹ ਮਹਾਰਾਜ ਜੀ ਹੱਥ ਵਿੱਚ ਨਾ ਉਹਨੂੰ ਘੁਮਾਉਂਦੇ ਆ ਤੇ ਨਾਲੇ ਉਹਦੇ ਵੱਲ ਦੇਖਦੇ ਨੇ। ਕਹਿੰਦੇ ਏਦਾਂ ਜਾਪਦਾ ਹੈ ਕਿ ਖੁਦ ਪੂਰਨ ਪਾਰ ਬ੍ਰਹਮ ਪਰਮੇਸ਼ਰ ਨੇ ਪ੍ਰਤੱਖ ਰੂਪ ਵਿੱਚ ਗੁਰੂ ਕਲਗੀਧਰ ਦਾ ਸਰੂਪ ਧਾਰਨ ਕੀਤਾ ਹੋਇਆ। ਕਲਗੀਧਰ ਦੇ ਸਰੂਪ ਦੇ ਵਿੱਚ ਖੁਦ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਆਪ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀਰ ਆਸਣ ਤੇ ਬੈਠਾ ਹੋਇਆ ਹੈ। ਸਵਈਆ ਕਟ ਸੋ ਪਟ ਤੇਗ ਨਿਖੰਗ ਕਸੇ। ਮਹਾਰਾਜ ਜੀ ਦੇ ਗਾਤਰੇ 'ਚ ਜਿਹੜੀ ਤੇਗ ਹੈ ਨਾ, ਤਲਵਾਰ ਗਾਤਰੇ 'ਚ ਪਾਈ ਹੋਈ, ਉਹਨੂੰ ਕਮਰ ਕੱਸੇ ਦੇ ਨਾਲ ਕੱਸਿਆ ਹੋਇਆ, ਕਮਰ ਕੱਸਾ ਲਾਇਆ ਹੋਇਆ ਤੇ ਕਮਰ ਕੱਸੇ ਦੇ ਵਿੱਚ ਜਿਹੜਾ ਮਹਾਰਾਜ ਜੀ ਦੀ ਤੇਗ ਹੈ ਉਹ ਵਿੱਚ ਕੱਸੀ ਹੋਈ ਹੈ। ਮੁਖ ਮੰਦ ਹਾਸੇ ਦਮ ਕਹਿ ਕੇ ਛਟਾਹੀ। ਜਿਹੜਾ ਤੀਰਾਂ ਦਾ ਪੱਥਾ ਹੈ ਉਹਨੂੰ ਵੀ ਕਮਰ ਕੱਸਾ ਲਾਇਆ ਹੋਇਆ ਤੇ ਸਾਹਿਬ ਜੀ ਮੁਸਕਰਾਉਂਦੇ ਐ। ਜਦੋਂ ਮੁਸਕਰਾਉਂਦੇ ਨੇ ਨਾ, ਹੱਸਦੇ ਨੇ ਕਲਗੀਧਰ, ਤੇ ਮੁੱਖ ਮੰਡਲ ਦੇ ਵਿੱਚ ਸਤਿਗੁਰਾਂ ਦੇ ਜਿਹੜੇ ਦੰਦ ਨੇ ਉਹ ਚਮਕਦੇ ਹਨ। ਏਦਾਂ ਚਮਕਦੇ ਨੇ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ। ਮੁਕਤਾਗਰ ਮਾਲ ਬੇਸਾਲ ਬਣੀ। ਮਹਾਰਾਜ ਜੀ ਦੇ ਗਲ ਦੇ ਵਿੱਚ ਮੋਤੀਆਂ ਦੀ, ਸੁੱਚੇ ਮੋਤੀਆਂ ਦੀ ਵਿਸ਼ਾਲ ਵੱਡੀ ਮਾਲਾ ਮਹਾਰਾਜ ਜੀ ਨੇ ਧਾਰਨ ਕੀਤੀ ਹੋਈ ਹੈ। ਸ਼ਮਸ਼ਰਾਨਨ ਸ਼ਾਮ ਭਲੀ ਉਪਮਾਹੀ। ਤੇ ਕਾਲੇ ਰੰਗ ਦਾ ਦਾੜਾ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਬੜਾ ਸੁੰਦਰ ਫੱਬ ਰਿਹਾ। ਪਾਤਸ਼ਾਹ ਦੇ ਚਿਹਰੇ ਦੇ ਉੱਤੇ, ਆਨੰਦਪੁਰ ਸਾਹਿਬ 'ਚ ਬੈਠਿਆਂ ਦਾ ਚਿਹਰੇ ਤੇ ਕਾਲੇ ਰੰਗ ਦਾ ਦਾੜਾ, ਉਹ ਮਹਾਰਾਜ ਜੀ ਦੇ ਚਿਹਰੇ ਦੇ ਆਲੇ ਦੁਆਲੇ ਏਦਾਂ ਮਹਾਰਾਜ ਜੀ ਦੇ ਚਿਹਰੇ ਨੂੰ ਘੇਰੀ ਬੈਠਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੇਖ ਕੇ ਮੈਨੂੰ ਏਦਾਂ ਉਪਮਾ ਸੁਝਦੀ ਹੈ। ਹਿਤ ਸੋ ਤਮ ਸੋਮ ਕੇ ਪਾਸ ਬਸਿਓ। ਕਿ ਆਪਣਾ ਹਿੱਤ ਸੋਚ ਕੇ ਮਾਨੋ ਜਿਵੇਂ ਚੰਨ ਦੇ, ਚਿੱਟੇ ਰੰਗ ਦੇ ਚੰਨ ਦੇ ਆਲੇ ਦੁਆਲੇ ਹਨੇਰਾ ਨਹੀਂ ਸੋਭਦਾ। ਚੰਨ ਚੜਿਆ ਹੋਵੇ, ਅੱਜ ਪੂਰਨਮਾਸ਼ੀ ਹੈ ਨਾ, ਚੰਦਰਮਾ ਦੇ ਆਲੇ ਦੁਆਲੇ ਜਿਵੇਂ ਹਨੇਰਾ ਹੁੰਦਾ, ਕਹਿੰਦੇ ਏਦਾਂ ਸਤਿਗੁਰਾਂ ਦਾ ਮੁੱਖ ਮੰਡਲ ਚੰਨ ਵਾਂਗੂ ਸਫੇਦ ਉਜਵਲ ਹੈ।
ਔਰ ਕਾਲੇ ਰੰਗ ਦਾ ਦਾੜਾ ਇਦਾਂ ਜਾਪਦਾ ਜਿਵੇਂ ਚੰਨ ਦੇ ਆਲੇ ਦੁਆਲੇ ਹਨੇਰਾ ਇਕੱਠਾ ਹੋ ਕੇ ਆਪਣਾ ਭਲਾ ਕਰ ਰਿਹਾ ਹੈ। ਮੁਖ ਪੰਕਜ ਪੈ ਮਧੂ ਪੁੰਜ ਸੁਹਾਈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਕਾਲੇ ਰੰਗ ਦੇ ਭੌਰੇ ਚਿੱਟੇ ਰੰਗ ਦੇ ਫੁੱਲ ਦੇ ਕਮਲ ਦੇ ਫੁੱਲ ਤੇ ਮੰਡਰਾਉਂਦੇ ਆ, ਏਦਾਂ ਸਤਿਗੁਰਾਂ ਦਾ ਮੁਖ ਮੰਡਲ ਉਹ ਕਮਲ ਫੁੱਲ ਵਾਂਗੂ ਹੈ, ਔਰ ਜਿਹੜੇ ਕਾਲੇ ਰੰਗ ਦੇ ਕੇਸ ਨੇ ਸਤਿਗੁਰਾਂ ਦੇ ਮੁਖ ਮੰਡਲ ਤੇ ਉਹ ਭੌਰੇ ਨੇ। ਮੰਨ ਲਓ ਜਿਵੇਂ ਰਸ ਲੈ ਰਹੇ ਨੇ ਉਸ ਕਮਲ ਦੇ ਫੁੱਲ ਦਾ। ਅਬ ਆਨ ਕੀ ਆਸ ਨਿਰਾਸ ਪਈ, ਕਲਗੀਧਰ ਬਾਸ ਕੀਓ ਮਨ ਮਾਈ। ਇਹ ਹੈ ਮਾਂ ਕਵੀ ਜੀ ਦਾ ਨਿਸ਼ਚਾ। ਕਹਿੰਦੇ ਮੈਨੂੰ ਹੁਣ ਹੋਰ ਕਿਸੇ ਦੀ ਆਸ ਨਹੀਂ ਰਹੀ, ਮੇਰੇ ਮਨ ਚੋਂ ਸਾਰਿਆਂ ਦੀਆਂ ਆਸਾਂ ਚਲੀਆਂ ਗਈਆਂ। ਅਬ ਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਕਲਗੀਧਰ ਜੀ ਮੇਰੇ ਮਨ ਚ ਵਸ ਗਏ ਨੇ। ਇਹ ਜਿਹੜਾ ਉੱਪਰ ਰੂਪ ਦੱਸਿਆ ਐਸਾ ਸੋਹਣਾ ਰੂਪ ਮੇਰੇ ਮਨ ਚ ਵਸ ਗਿਆ, ਮੇਰੇ ਹਿਰਦੇ ਚ ਵਸ ਗਿਆ, ਜਿਸ ਤੋਂ ਬਾਅਦ ਮੈਨੂੰ ਹੁਣ ਕਿਸੇ ਹੋਰ ਦੀ ਆਸ ਨਹੀਂ ਰਹੀ। ਆਸ ਬਿਡਾਣੀ ਲਾਈ, ਹੁਣ ਬਾਕੀ ਸਾਰੀਆਂ ਆਸਾਂ ਤਿਆਗ ਦਿੱਤੀਆਂ ਹਨ। ਸਵਈਆ ਭੂਲ ਜੋ ਚੂਕ ਪਾਈ ਹਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਮਹਾਰਾਜ ਜੀ ਅੱਗੇ ਬੇਨਤੀ ਕਰਦਿਆਂ ਕਹਿੰਦੇ ਮਾਂ ਕਵੀ ਜੀ, ਹੇ ਕਲਗੀਧਰ ਜੀ, ਮੇਰੇ ਕੋਲੋਂ ਕੋਈ ਭੁੱਲ ਹੋਈ ਹੋਵੇ, ਮੇਰੇ ਕੋਲੋਂ ਕੋਈ ਚੂਕ ਰਹਿ ਗਈ ਹੋਵੇ, ਹੇ ਸਤਿਗੁਰੂ ਮੈਂ ਤੁਹਾਡਾ ਕਿੰਕਰ ਸੇਵਕ ਹਾਂ, ਤੁਹਾਡੇ ਤੋਂ ਹੀ ਆਪਣੀਆਂ ਭੁੱਲਾਂ ਚੁੱਕਾਂ ਬਖਸ਼ਾਉਂਦਾ ਹਾਂ। ਮਹਾਰਾਜ ਕਿਰਪਾ ਕਰਿਓ, ਦਇਆ ਕਰਿਓ, ਮੇਰੀਆਂ ਭੁੱਲਾਂ ਚੁੱਕਾਂ ਬਖਸ਼ ਦਿਓ। ਲਾਜ ਰੱਖੋ ਨਿਜ ਨਾਮੇ ਕੀ, ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ। ਇਹ ਬਾਜਾਂ ਵਾਲੇ ਸਾਹਿਬ ਜੀ ਆਪਣੇ ਨਾਮ ਦੀ ਲਾਜ ਰੱਖਿਓ, ਕਿਉਂਕਿ ਇਸ ਜੱਗ ਵਿੱਚ ਮੈਂ ਤੁਹਾਡਾ ਸਿੱਖ ਕਹਾਉਣਾ। ਲੋਕ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੈ, ਨਾ ਤੁਹਾਡਾ ਵੱਜਦਾ ਮਹਾਰਾਜ ਮੇਰੇ ਨਾਂ ਨਾਲ। ਆਪਣੇ ਨਾਮ ਦੀ ਲਾਜ ਪਾਲਿਓ ਮਹਾਰਾਜ, ਆਪਣੇ ਨਾਮ ਦੀ ਲਾਜ ਰੱਖਿਓ, ਕਿਉਂਕਿ ਇਸ ਜਗਤ ਵਿੱਚ ਮੈਂ ਤੁਹਾਡਾ ਸਿੱਖ ਕਹਾਉਂਦਾ ਹਾਂ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਹੀ ਬਿਖੈ ਛੁਟਕਾਵਤ। ਮਹਾਰਾਜ ਜੀ ਤੁਸੀਂ ਬਖਸ਼ੰਦ ਹੋ, ਸਦਾ ਸਦਾ ਸੁਖ ਦੇਣ ਵਾਲੇ, ਸੁਖਦਾਇਕ ਹੋ। ਮੇਰੇ ਮਨ ਵਿੱਚੋਂ ਕਦੇ ਵੀ ਆਪਣਾ ਆਪ ਨਾ ਛੁਡਾਇਓ, ਕਿ ਤੁਹਾਡਾ ਸਵਰੂਪ ਮੇਰੇ ਮਨ ਚੋਂ ਕਦੇ ਵਿਸਰੇ ਨਾ। ਐਸਾ ਤਰਸ ਮੇਰੇ ਤੇ ਕਰੋ। ਲੋਹ ਤੇ ਹਿਮ ਏਰੰਡ ਤੇ ਚੰਦਨ। ਮਹਾਰਾਜ ਮੈਂ ਲੋਹੇ ਤੋਂ ਸੋਨਾ ਹੋ ਗਿਆ ਤੁਹਾਡੀ ਸੰਗਤ ਕਰਕੇ, ਤੇ ਏਰੰਡ ਤੋਂ ਚੰਦਨ ਹੋ ਗਿਆ ਹਾਂ। ਮਾਨੁਖ ਤੇ ਸੁਰ ਤੂੰ ਹੀ ਬਣਾਵਤ। ਮਹਾਰਾਜ ਮਨੁੱਖ ਤੋਂ ਦੇਵਤਾ ਤੁਸੀਂ ਬਣਾਉਂਦੇ ਹੋ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਹਾਰਾਜ ਤੁਸੀਂ ਮਨੁੱਖਾਂ ਤੋਂ ਦੇਵਤੇ ਕਰਨ ਵਾਲੇ ਹੋ, ਦੇਵਤੇ ਬਣਾਉਣ ਵਾਲੇ ਹੋ। ਕਬਿਤ ਸੁੰਦਰਤਾ ਸਾਲ ਕਰ ਕਰਬ ਬਿਸਾਲ ਕਰ। ਮਹਾਰਾਜ ਤੁਸੀਂ ਸੁੰਦਰਤਾ ਦੇ ਸਾਲ ਘਰ ਹੋ। ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ ਨਾ, ਏਦਾਂ ਹਾਥੀ ਦੀ ਸੁੰਡ ਵਾਂਗੂ ਤੁਹਾਡੀਆਂ ਬਲਵਾਨ ਬਾਹਾਂ ਨੇ, ਬੜੇ ਭੁਜਦੰਡੇ ਬਲਵਾਨ ਹਨ, ਵਿਸ਼ਾਲ ਹਨ। ਕਰ ਮਤ ਚਾਲ ਤਰ ਤੁਰ ਕਨ ਤੋਰੀਆ। ਜਿਵੇਂ ਹਾਥੀ ਮਸਤ ਹੋ ਕੇ ਚੱਲਦਾ ਤੇ ਦਰਖਤਾਂ ਨੂੰ ਤੋੜਦਾ ਜਾਂਦਾ ਨਾ, ਏਦਾਂ ਮਹਾਰਾਜ ਜੀ ਤੁਸੀਂ ਵੀ ਮਸਤ ਹੋ ਕੇ ਚੱਲਦੇ ਹੋ, ਤੇ ਪਤਾ ਨਹੀਂ ਕਿੰਨੇ ਕੁ ਮਲੇਛ ਤੁਰਕ ਉਹਨਾਂ ਦੇ ਉਹ ਮਲੇਛਾਂ ਰੂਪੀ ਜਿਹੜੇ ਤਰ ਦਰਖਤ ਨੇ ਉਹਨਾਂ ਨੂੰ ਤੁਸੀਂ ਤੋੜ ਦਿੱਤਾ ਹੈ, ਚਕਨਾ ਚੂਰ ਕਰ ਦਿੱਤਾ ਕਲਗੀਧਰ ਜੀ। ਹਿੰਦੇ ਅਵਲੰਬ ਤਾਰੇ ਪਾਵ ਨਿਦ ਅੰਬ ਸਭ। ਸੰਸਾਰ ਵਿੱਚ ਜਿਹੜੇ ਹਿੰਦੂ ਡੁੱਬਦੇ ਜਾ ਰਹੇ ਸਨ, ਉਹਨਾਂ ਨੂੰ ਇਸ ਭਾਵ ਸਾਗਰ ਤੋਂ ਤੁਸੀਂ ਆਸਰਾ ਦੇ ਕੇ ਤਾਰਿਆ। ਮੰਦਰਾਂ ਨੂੰ ਢਹਿਣ ਤੋਂ, ਪੁਜਾਰੀਆਂ ਦੇ ਧਰਮ ਤਬਦੀਲ ਹੋਣ ਤੋਂ ਤੁਸੀਂ ਉਹਨਾਂ ਨੂੰ ਬਚਾਇਆ। ਮਹਾਰਾਜ ਤੁਸੀਂ ਠੱਲ ਪਾਈ ਹੈ।
ਦੁਸ਼ਟਨ ਦੰਡ ਹਰ ਰੂਪ ਗੁਰ ਮੋਰੀਆ। ਮਹਾਰਾਜ ਜੀ ਤੁਸੀਂ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਹੋ। ਹੇ ਮੇਰੇ ਸਤਿਗੁਰੂ ਜੀ, ਤੁਹਾਡਾ ਐਸਾ ਪ੍ਰਤਾਪੀ ਤੇਜਸਵੀ ਰੂਪ ਹੈ। ਕਿੰਕਰ ਉਤਾਰ ਪਾਰ ਦੀਜੀਏ ਦੇਦਾਰ ਨਿਜ। ਮਹਾਰਾਜ ਮੈਂ ਵੀ ਤੁਹਾਡਾ ਕਿੰਕਰ ਸੇਵਕ ਹਾਂ। ਬਾਜਾਂ ਵਾਲੇ ਸਾਹਿਬ ਜੀ, ਕਲਗੀਧਰ ਜੀ, ਮੈਂ ਤੁਹਾਡਾ ਸੇਵਕ ਹਾਂ। ਕਿਰਪਾ ਕਰੋ, ਮੈਨੂੰ ਵੀ ਪਾਰ ਉਤਾਰੋ, ਆਪਣੇ ਦੀਦਾਰ ਬਖਸ਼ ਦਿਓ। ਸਤਿ ਸ੍ਰੀ ਅਕਾਲ। ਜਕਾਰੇ ਦੀ ਜਿੱਥੇ ਲੋੜ ਹੋਵੇ ਉੱਥੇ ਬੀਰਸੀ ਰੰਗ ਨੂੰ ਖਿਡਾਉਣ ਲਈ ਵਰਤ ਲੈਣਾ ਚਾਹੀਦਾ। ਜਦੋਂ ਸ਼ਾਂਤ ਰਸ ਦਾ ਭਾਵ ਚੱਲਦਾ ਹੋਵੇ ਤਾਂ ਸ਼ਾਂਤੀ ਨਾਲ ਸਰਵਣ ਕਰਨਾ ਚਾਹੀਏ। ਕਿੰਕਰ ਉਤਾਰ ਪਾਰ ਦੀਜੀਏ ਦੀਦਾਰ ਨਿਜ। ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਕਿੰਕਰ ਹਾਂ। ਮਹਾਰਾਜ ਆਪਣੇ ਦੀਦਾਰ ਬਖਸ਼ੋ। ਆਪਣੇ ਦੀਦਾਰ ਬਖਸ਼ ਕੇ ਆਪਣੇ ਸੇਵਕ ਨੂੰ ਤਾਰ ਲੋ। ਤਾਰਨਹਾਰ ਸੁਆਮੀ ਜੀ, ਪਾਰ ਉਤਾਰ ਲਵੋ। ਲਾਗੀ ਤੇਰੇ ਨਾਮ ਤਾਰ ਚੋਰੀ ਆਸ ਹੋਰੀਆ। ਮਹਾਰਾਜ ਜੀ ਤੁਹਾਡੇ ਨਾਮ ਨਾਲ ਮੇਰੀ ਤਾਰ ਲੱਗੀ ਹੈ। ਕਲਗੀਧਰ ਜੀ ਤੁਹਾਡੇ ਨਾਮ ਨਾਲ ਮੇਰੀ ਲਿਵ ਤਾਰ ਲੱਗ ਗਈ ਹੈ, ਤੇ ਬਾਕੀ ਮੈਂ ਸਾਰਿਆਂ ਦੀ ਆਸ ਛੱਡ ਦਿੱਤੀ ਹੈ। ਛੋਰੀ ਆਸ ਹੋਰੀਆ, ਹੋਰਾਂ ਦੀ ਆਸ ਛੱਡ ਦਿੱਤੀ। ਅਭਿਆਨ ਕੀ ਆਸ ਨਿਰਾਸ ਭਈ। ਪਿੱਛੇ ਕਹਿ ਆਏ ਨੇ ਨਾ, ਅਭਿਆਨ ਕੀ ਆਸ ਨਿਰਾਸ ਭਈ। ਕਲਗੀਧਰ ਬਾਸ ਕੀਓ ਮਨ ਮਾਹੀ। ਇੱਥੇ ਵੀ ਕਹਿ ਰਹੇ ਨੇ ਛੋਰੀ ਆਸ ਹੋਰੀਆ। ਮਹਾਰਾਜ ਕਲਗੀਧਰ ਜੀ ਤੁਹਾਡੇ ਬਿਨਾ ਬਾਕੀ ਸਭ ਦੀ ਆਸ ਛੱਡ ਦਿੱਤੀ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਹਾਂਜੀ। ਪਰਿਓ ਦਰਬਾਰ ਸਭੈ ਥਾਵ ਨੇਰ ਧਾਰ ਕਰ। ਮੈਂ ਸਾਰੇ ਥਾਂ ਵੇਖੇ ਨੇ, ਸਭ ਥਾਵਾਂ ਭਾਲ ਭਾਲ ਕੇ ਰਹਿਓ ਸੰਤ ਹੋ ਟੋਲ ਸਾਧਵੋ ਤੇਰੇ ਡਿੱਠੇ। ਕੋਈ ਜਗ੍ਹਾ ਛੱਡੀ ਨਹੀਂ। ਬੜੀਆਂ ਥਾਵਾਂ ਵੇਖ ਵੇਖ ਕੇ, ਹੇ ਬਾਜਾਂ ਵਾਲੇ ਸਾਹਿਬ, ਹੇ ਤਾਜਾਂ ਵਾਲੇ ਸਾਹਿਬ, ਹੇ ਸਰਬੰਸਦਾਨੀ, ਹੇ ਕਲਗੀਧਰ ਸੁਆਮੀ ਜੀ, ਮੈਂ ਤੁਹਾਡੇ ਦਰਬਾਰ ਦੀ ਸ਼ਰਨ ਆ ਪਰਿਆ ਹਾਂ। ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ। ਮਹਾਰਾਜ ਜੀ ਤੁਸੀਂ ਮੁਕਤੀ ਦੇ ਉਦਾਰ ਦਾਤੇ ਹੋ। ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਮੇਰੀ ਨਮਸਕਾਰ ਹੈ, ਨਵਾਮ ਹੈ। ਕਬਿਤ ਨਿਤ ਹੀ ਭਗਤ ਰਤ ਨਾਮ ਕੀਨੋ ਬ੍ਰਿਤ ਚਿਤ। ਮਾਂ ਕਵੀ ਜੀ ਆਪਣੇ ਵਿਦਿਆ ਗੁਰੂ ਦਾ ਵੀ ਮੰਗਲ ਕਰਦੇ ਨੇ। ਪਹਿਲਾਂ ਗੁਰੂ ਸਾਹਿਬਾਂ ਦਾ ਮੰਗਲ ਕਰਕੇ 10 ਪਾਤਸ਼ਾਹੀਆਂ ਦਾ। ਹੁਣ ਉਹਨਾਂ ਨੂੰ ਜਿਨ੍ਹਾਂ ਨੇ ਵਿਦਿਆ ਦਿੱਤੀ ਹੈ ਉਹ ਕੌਣ ਨੇ? ਉਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ। ਮਹਾਨ ਮਾਰਤੰਡ ਵਿਦਵਾਨ ਸਨ ਗਿਆਨੀ ਸੰਤ ਸਿੰਘ ਜੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸੋਨੇ ਦੀ ਸੇਵਾ ਹੋਈ ਹੈ, ਉਹ ਸਾਰੀ ਸੇਵਾ ਗਿਆਨੀ ਸੰਤ ਸਿੰਘ ਜੀ ਦੀ ਦੇਖ ਰੇਖ ਵਿੱਚ ਹੋਈ ਹੈ। ਬੜੇ ਵਿਦਵਾਨ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਕੋਲੋਂ ਵਿਦਿਆ ਪੜ੍ਹੀ ਸੀ। ਉਹਨਾਂ ਦਾ ਮੰਗਲ ਕਰਦੇ ਨੇ ਕਿਉਂਕਿ ਉਹਨਾਂ ਨੇ ਵਿਦਿਆ ਦਾ ਦਾਨ ਦਿੱਤਾ ਹੈ। ਉਸਤਾਦ ਨੂੰ ਚੇਤੇ ਕਰਨਾ ਸ਼ਾਗਿਰਦ ਦਾ ਕੰਮ ਹੁੰਦਾ। ਜਿਹੜਾ ਸ਼ਾਗਿਰਦ ਹੁੰਦਾ ਉਹਨੂੰ ਚਾਹੀਦਾ ਹੈ ਕਿ ਉਹ ਆਪਣੇ ਉਸਤਾਦ ਦੀ ਸਿਮਰਤੀ ਵਿੱਚ, ਉਹਦੀ ਸਿਮਰਤੀ ਵਿੱਚ ਵੀ ਉਹਦਾ ਜਸ ਕਰੇ। ਜਿਹਨੇ ਵਿਦਿਆ ਦਿੱਤੀ, ਜਿਹਨੇ 2 ਅੱਖਰ ਗਿਆਨ ਦੇ ਪੜ੍ਹਾਏ ਨੇ। ਹੁਣ ਸੰਤ ਸਿੰਘ ਜੀ ਕੋਈ ਛੋਟੀ ਅਵਸਥਾ ਦੇ ਮਾਲਕ ਨਹੀਂ ਸਨ, ਬੜੀ ਉੱਚ ਅਵਸਥਾ ਦੇ ਮਾਲਕ ਔਰ ਬੜੇ ਵੱਡੇ ਵਿਦਵਾਨ ਸਨ ਗਿਆਨੀ ਸੰਤ ਸਿੰਘ ਜੀ। ਉਹਨਾਂ ਬਾਰੇ ਕਹਿ ਰਹੇ ਨੇ ਨਿਤ ਹੀ ਭਗਤ ਰਤ। ਕਿਉਂਕਿ ਭਾਈ ਸਾਹਿਬ ਉਹਨਾਂ ਦੀ ਸੰਗਤ 'ਚ ਰਹੇ, ਭਾਈ ਸੰਤੋਖ ਸਿੰਘ ਜੀ, ਉਹਨਾਂ ਨੂੰ ਕੋਲ ਹੋ ਕੇ ਦਰਸ਼ਨ ਕੀਤੇ ਆ। ਕਹਿੰਦੇ ਗਿਆਨੀ ਸੰਤ ਸਿੰਘ ਜੀ ਨਿਤ ਹੀ ਭਗਤ ਰਤ। ਭਗਤੀ ਵਿੱਚ ਉਹਨਾਂ ਦੀ ਰਤ ਪ੍ਰੇਮ ਰਹਿੰਦਾ ਸੀ। ਨਾਮ ਕੀਨੋ ਬ੍ਰਿਤ ਚਿਤ। ਪਰਮੇਸ਼ਰ ਦੇ ਨਾਮ ਨੂੰ ਉਹਨਾਂ ਨੇ ਆਪਣੀ ਵਿਰਤੀ ਵਿੱਚ ਔਰ ਆਪਣੇ ਚਿੱਤ ਵਿੱਚ ਧਾਰਨ ਕੀਤਾ ਹੋਇਆ ਸੀ। ਸੰਤਨ ਸੋਹਿਤ ਅਤ ਸੰਤ ਸਿੰਘ ਨਾਮ ਹੈ। ਕਹਿੰਦੇ ਸੰਤਾਂ ਨਾਲ ਹਿੱਤ ਕਰਦੇ ਸੀ ਔਰ ਉਹਨਾਂ ਦਾ ਨਾਮ ਸੀ ਗਿਆਨੀ ਸੰਤ ਸਿੰਘ ਜੀ। ਸੰਤਾਂ ਨਾਲ ਹਿੱਤ ਸੀ ਔਰ ਉਹਨਾਂ ਦਾ ਨਾਮ ਵੀ ਗਿਆਨੀ ਸੰਤ ਸਿੰਘ ਸੀ। ਸੋ ਜਨ ਦਿਆਲ ਧੀਰ
ਧਰਮ ਵਿਸਾਲ ਤਾਰੇ। ਸੋ ਜਨ ਸ੍ਰੇਸ਼ਟ ਜਨ ਸਨ, ਦਿਆਲੂ ਵੀ ਸੀ, ਧੀਰਜ ਦੇ ਵੀ ਧਾਰਨੀ ਸੀ, ਔਰ ਵਿਸ਼ਾਲ ਧਰਮ ਦੇ ਧਾਰਨੀ ਸਨ। ਜਾਸ ਬੈਸ ਬਾਲ ਹੂੰ ਤੇ ਭਜਨ ਸੋ ਕਾਮ ਹੈ। ਬਚਪਨ ਤੋਂ ਹੀ ਗਿਆਨੀ ਸੰਤ ਸਿੰਘ ਜੀ ਪਰਮੇਸ਼ਰ ਦੇ ਭਜਨ ਚ ਲਿਵਲੀਨ ਰਹੇ ਨੇ। ਬਚਪਨ ਤੋਂ ਹੀ, ਮੁੱਢ ਤੋਂ ਹੀ ਨਿਰੰਕਾਰ ਦੀ ਬੰਦਗੀ ਦੇ ਰੰਗ ਵਿੱਚ ਰੰਗੇ ਰਹੇ ਹਨ। ਜਾਂ ਕੇ ਚਰਨੋਦਕ ਕੀ ਬੂੰਦ ਮੈਂ ਬਦਨ ਪਾਏ। ਕਹਿੰਦੇ ਉਹਨਾਂ ਦੇ ਚਰਨਾਂ ਦੀ ਜਿਹੜੀ ਚਰਨੋਦਕ, ਚਰਨ ਪੌਲ, ਚਰਨਾਂ ਦਾ ਕਹਿੰਦੇ ਜਲ, ਇੱਕ ਬੂੰਦ ਕਹਿੰਦੇ ਮੈਂ ਵੀ ਆਪਣੇ ਮੁਖ ਵਿੱਚ ਪਾਈ, ਯਾਨੀ ਕਿ ਉਹਨਾਂ ਦੇ ਚਰਨਾਂ ਨੂੰ ਸੇਵਿਆ। ਸੁਮਤ ਸਦਨ ਪਇਓ ਕਦਨ ਬੇਰਾਮ ਹੈ। ਤੇ ਕਹਿੰਦੇ ਸੁਮਤ ਦਾ ਘਰ ਹੋ ਗਏ ਜਿਨ੍ਹਾਂ ਨੇ ਉਹਨਾਂ ਦੇ ਚਰਨ ਮਨਾਏ, ਉਹਨਾਂ ਦੇ ਚਰਨਾਂ ਨੂੰ ਸਪਰਸ਼ ਕੀਤਾ, ਔਰ ਕਹਿੰਦੇ ਉਹਨਾਂ ਦੇ ਸਾਰੇ ਮਾੜੇ ਭੈੜੇ ਕਰਮ ਕਦਨ ਕੱਟੇ ਗਏ। ਤਾਂ ਕਿ ਅਰਬਿੰਦ ਪਦ ਸੁੰਦਰ ਮੁਕੰਦ ਦੁੰਦ। ਕਹਿੰਦੇ ਐਸੇ ਮਹਾਂਪੁਰਸ਼ ਗਿਆਨੀ ਸੰਤ ਸਿੰਘ ਜੀ ਦੇ ਚਰਨਾਂ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਮੈਨੂੰ ਐਸਾ ਗਿਆਨ ਭਗਤੀ ਮੁਕਤੀ ਪ੍ਰਾਪਤ ਹੋਈ ਹੈ। ਬੰਦ ਕਰ ਬੰਦਨਾ ਸਦਾ ਮੈਂ ਸੁਖ ਧਾਮ ਹੈ। ਐਸੇ ਮਹਾਂਪੁਰਸ਼ ਗਿਆਨੀ ਸੰਤ ਸਿੰਘ ਜੀ ਦੇ ਚਰਨਾਂ ਤੇ ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਬਾਰੰਬਾਰ ਪ੍ਰਣਾਮ ਕਰਦਾ ਹਾਂ। ਦੋਹਰਾ ਵਾਹਿਗੁਰੂ ਸਤਨਾਮ ਕੋ ਬੰਦਨ ਬਾਰੰਬਾਰ। ਹੁਣ ਮਹਾਰਾਜ ਜੀ ਦੇ ਅੰਮ੍ਰਿਤ ਨਾਮ ਦੀ ਮਹਿਮਾ ਕਰਦੇ ਭਾਈ ਸਾਹਿਬ। ਨਾਮ ਮਹਾਤਮ ਦੱਸਦੇ, ਵਾਹਿਗੁਰੂ ਸਤਨਾਮ ਕੋ, ਸਾਹਿਬ ਦਾ ਜੋ ਸੱਚਾ ਨਾਮ ਹੈ ਵਾਹਿਗੁਰੂ, ਐਸੇ ਨਾਮ ਨੂੰ ਬੰਦਨ ਬਾਰੰਬਾਰ ਮੈਂ ਬਾਰ-ਬਾਰ ਬੰਦਨਾ ਕਰਦਾ ਹਾਂ। ਵਾਹਿਗੁਰੂ ਜੀ ਆਪ ਨੂੰ ਮੇਰੀ ਵੰਦਨਾ ਹੈ। ਹੇ ਵਾਹਿਗੁਰੂ ਜੀ ਆਪ ਜੀ ਨੂੰ ਮੇਰੀ ਵੰਦਨਾ ਹੈ, ਨਮਸਕਾਰ ਹੈ। ਵਾਹਿਗੁਰੂ ਜੀ ਦੇ ਇਸੇ ਪਾਵਨ ਅੰਮ੍ਰਿਤ ਨਾਮ ਨੂੰ ਮੈਂ ਬਾਰ-ਬਾਰ ਵੰਦਨਾ ਕਰਦਾ ਹਾਂ। ਬੰਦ ਨਿਕੰਦਨ ਸੁਖ ਸਦਨ ਦੁਖ ਮਰਦਨ ਨਿਰਤਾਰੇ। ਕਿਉਂਕਿ ਵਾਹਿਗੁਰੂ ਜੀ ਨੂੰ ਬੰਦਨਾ ਕੀਤਿਆਂ ਬੰਧਨ ਕੱਟੇ ਜਾਂਦੇ ਨੇ, ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਚੌਪਈ ਵਾਹਿਗੁਰੂ ਬਰ ਸੁੰਦਰ ਨਾਮੋ। ਵਾਹਿਗੁਰੂ ਸ਼ਬਦ ਜਿਹੜਾ ਹੈ ਅੰਮ੍ਰਿਤ ਨਾਮ ਸਾਹਿਬ ਨੇ ਆਪਣੇ ਸਿੱਖਾਂ ਦੀ ਕਲਿਆਣ ਲਈ ਸਿੱਖਾਂ ਨੂੰ ਦਿੱਤਾ ਹੈ। ਭਾਈ ਸਾਹਿਬ ਕਹਿੰਦੇ ਬੜਾ ਸੁੰਦਰ ਹੈ, ਬੜਾ ਸ੍ਰੇਸ਼ਟ ਹੈ, ਬਰ ਸੁੰਦਰ ਨਾਮੋ। ਪਰਮੇਸ਼ਰ ਦੇ ਜਿੰਨੇ ਨਾਂ ਨੇ ਸਾਰੇ ਹੀ ਬਲਿਹਾਰ ਜਾਣ ਯੋਗ ਨੇ, ਪਰ ਵਾਹਿਗੁਰੂ ਨਾਮ ਅਤੀ ਸੁੰਦਰ ਹੈ, ਅਤੀ ਸ੍ਰੇਸ਼ਟ ਹੈ। ਸਦਾ ਸਵਾਰੇ ਹਮਰੇ ਕਾਮੋ। ਵਾਹਿਗੁਰੂ 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 ਜਪਿਆ ਵਾਹਿਗੁਰੂ ਨੇ ਸਾਡੇ ਸਾਰੇ ਹੀ ਕੰਮ ਸਵਾਰ ਦਿੱਤੇ, ਸਾਡੇ ਸਾਰੇ ਹੀ ਕੰਮ ਸਿੱਧ ਕਰ ਦਿੱਤੇ ਨੇ। ਕੋਈ ਕੰਮ ਵਾਹਿਗੁਰੂ ਦੇ ਅੰਮ੍ਰਿਤ ਨਾਮ ਦੇ ਜਪੇ ਬਿਨਾ, ਕਹਿੰਦੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਸਾਡੇ ਸਾਰੇ ਹੀ ਕੰਮ ਸਬਰ ਗਏ ਹਨ। ਇੱਕ ਅਵਲੰਬ ਨਾਮ ਕੋ ਜਾਨਾ। ਇੱਕ ਵਾਹਿਗੁਰੂ ਦੇ ਅੰਮ੍ਰਿਤ ਨਾਮ ਦਾ ਹੀ ਮੈਂ ਆਸਰਾ ਆਪਣੇ ਹਿਰਦੇ 'ਚ ਜਾਣਿਆ ਕਿ ਮੇਰੇ ਡੱਗੇ ਡੋਲੇ ਡਾਵਾਂ ਡੋਲ ਹੁੰਦੇ ਮਨ ਨੂੰ ਸਾਹਿਬ ਜੀ ਦੇ ਅੰਮ੍ਰਿਤ ਨਾਮ ਦਾ ਆਸਰਾ ਹੈ। ਕਲੀ ਕਾਲ ਸਮਰੱਥ ਨਯਾਨਾ। ਕਲੀ ਕਾਲ ਦੇ ਇਸ ਭਿਆਨਕ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਸਮਰਥ ਨਾਮ ਦੇ ਸਮਰੱਥ ਬਰਾਬਰ ਦੁਨੀਆ 'ਚ ਕੁਝ ਵੀ ਨਹੀਂ। ਸਦਾ ਲੋਕ ਪਰਲੋਕ ਸਹਾਈ। ਇਹ ਨਾਮ ਐਸਾ ਹੈ ਜਿਹੜਾ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਤੁਹਾਡਾ ਸਹਾਈ ਹੋਵੇਗਾ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜਦੋਂ ਜਪੋਗੇ ਸਤਨਾਮ ਸ੍ਰੀ ਵਾਹਿਗੁਰੂ, ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸਹਾਈ ਹੋਵੇਗਾ। ਨਾਮ ਲੈ ਤਈ ਬਿਗਨ ਪਰਾਈ। ਇਹ ਸਮਰਥ ਨਾਮ ਨੂੰ ਜਪਦਿਆਂ ਸਾਰੇ ਬਿਗਨ ਭੱਜ ਜਾਂਦੇ ਨੇ। ਇਹ ਨਾਮ ਹੈ ਹੀ ਐਸਾ, ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ। ਇਹ ਬਿਗਨਾਂ ਦਾ ਨਾਸ਼ ਕਰਨ ਵਾਲਾ ਹੈ।
ਇਸ ਅੰਮ੍ਰਿਤ ਨਾਮ ਨੂੰ ਜਪ ਕੇ ਵਿਘਨ ਦੂਰ ਹੋ ਜਾਂਦੇ ਹਨ। ਹਰ ਹੈ ਕਾਲ ਕਲੁਖ ਸਦਨ। ਇੱਥੇ ਹੀ ਬਸ ਨਹੀਂ, ਜਿਹੜੇ ਕਲਯੁਗ ਦੇ ਪਾਪ ਨੇ, ਕਲੂਖ ਨੇ, ਜਿਹੜੇ ਹਿਰਦੇ ਨੂੰ ਕਾਲਾ ਕਰਨ ਵਾਲੇ ਨੇ, ਨਾਮ ਲੈਂਦਿਆਂ ਉਹ ਪਾਪ ਵੀ ਦੂਰ ਹੋ ਜਾਂਦੇ ਨੇ। ਹਿਰਦੇ ਦੀ ਮੈਲ ਕਾਲਖ ਨਿਰਵਿਰਤ ਹੋ ਜਾਂਦੀ ਹੈ। ਨਾਮ ਕਟੀ ਜਿਨ ਗਰੀਵਾ ਭੂਖਨ। ਕਹਿੰਦੇ ਜਿਹੜਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ, ਇਹ ਪਾਪਾਂ ਦੇ ਦੂਸ਼ਣਾਂ ਨੂੰ ਕੱਟਣ ਵਾਲਾ ਹੈ। ਜਿਨ੍ਹਾਂ ਨੇ ਨਾਮ ਨੂੰ ਗਲੇ ਦਾ ਗਹਿਣਾ ਬਣਾਇਆ, ਉਹਨਾਂ ਦੇ ਕਲੀ ਕਾਲ ਦੇ ਸਾਰੇ ਪਾਪ ਦੂਸ਼ਣ ਦੂਰ ਹੋ ਜਾਂਦੇ ਹਨ। ਦੋਹਰਾ ਮੰਗਲ ਸੁਖ ਕਲਿਆਣ ਦਾ, ਕਰੇ ਅਮੰਗਲ ਹਾਨ। ਮਹਾਰਾਜ ਜੀ ਦਾ ਅੰਮ੍ਰਿਤ ਨਾਮ ਖੁਸ਼ੀਆਂ ਦਾ, ਮੰਗਲਾਂ ਦਾ, ਕਲਿਆਣ ਦਾ, ਆਨੰਦ ਦਾ ਮੂਲ ਹੈ। ਔਰ ਜਿਹੜੇ ਅਮੰਗਲ ਨੇ, ਅਮੰਗਲ ਮਤਲਬ ਦੁੱਖਾਂ ਦਾ, ਕਲੇਸ਼ਾਂ ਦਾ, ਵਿਘਨਾਂ ਦਾ, ਹਰੀ ਦਾ ਅੰਮ੍ਰਿਤ ਨਾਮ ਨਾਸ਼ ਕਰਨ ਵਾਲਾ ਹੈ। ਜਪਤ ਜਪਤ ਸ਼੍ਰੀ ਨਾਮ ਕੋ, ਪ੍ਰਗਟੇ ਔਰ ਮੈਂ ਗਿਆਨ। ਵਾਹਿਗੁਰੂ 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 ਜਪਦਿਆਂ ਜਪਦਿਆਂ, ਇਸ ਅੰਮ੍ਰਿਤ ਨਾਮ ਨੂੰ ਜਪਦਿਆਂ ਜਪਦਿਆਂ ਹਿਰਦੇ 'ਚ ਗਿਆਨ ਪ੍ਰਗਟ ਹੋ ਆਉਂਦਾ ਹੈ। ਪ੍ਰਗਟਾ ਔਰ ਮੈਂ ਗਿਆਨ, ਹਿਰਦੇ ਵਿੱਚ ਗਿਆਨ ਪ੍ਰਗਟ ਹੋ ਆਉਂਦਾ ਹੈ। ਚੌਪਈ ਵਰਤ ਨੇਮ ਜਪ ਤਪ ਜਗ ਕਰਮੋ। ਵਰਤ ਰੱਖਣੇ ਰੱਖਣਗੇ ਹੁਣ ਕਈ ਵਰਤ ਆਉਣ ਵਾਲੇ ਦਿਨਾਂ 'ਚ। ਸੁਬਹ ਸੁਬਹ ਅੰਮ੍ਰਿਤ ਵੇਲੇ ਚੰਗੀ ਤਰ੍ਹਾਂ ਠੂਸ ਕੇ, ਫਿਰ ਰਾਤ ਨੂੰ 3-4 ਦਿਨਾਂ ਦਾ ਰਾਸ਼ਨ ਇਕੱਠਾ ਖਾ ਕੇ ਫਿਰ ਆਖਣਗੇ ਵਰਤ ਰੱਖਿਆ। ਵਰਤ ਇਸਤਰੀਆਂ ਰੱਖਦੀਆਂ ਸੀ, ਹੁਣ ਉਹਨਾਂ ਦੇ ਭਰਤੇ ਵੀ ਰੱਖਦੇ ਆ ਜੀ। ਜਨਾਨੀਆਂ ਭੁੱਖੀਆਂ ਮਰਦੀਆਂ, ਅਸੀਂ ਵੀ ਰੱਖੀ, ਅਸੀਂ ਵੀ ਪ੍ਰੇਮ ਕਰਦੇ ਆ, ਹੁਣ ਉਹ ਵੀ ਰੱਖਦੇ ਆ। ਜਿਹੜੇ ਵਰਤ ਰੱਖਣੇ ਨੇ ਜਾਂ ਨੇਮ ਰੱਖਣੇ ਆ ਜਾਂ ਜਪ ਤਪ ਜਗ ਹੋਰ ਜਿੰਨੇ ਕਰਮ ਨੇ, ਸੁਣੋ ਭਾਈ ਅੱਗੇ ਦੱਸਦੇ ਨੇ। ਨਾਮ ਬਿਨਾ ਬਿਰਥੇ ਸਭ ਧਰਮੋ। ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਸਭ ਵਿਅਰਥ ਨੇ, ਕਿਸੇ ਕੰਮ ਨਹੀਂ। ਅਕਾਲ ਪੁਰਖ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾ ਇਹ ਸਾਰੇ ਵਿਅਰਥ ਨੇ। ਨਾਮ ਜਪੋਗੇ ਤੇ ਭਾਈ ਕਰਮ ਸਫਲੇ ਨੇ, ਨਹੀਂ ਤਾਂ ਜੀਰੋਆਂ ਨੇ, ਜੀਰੋਆਂ ਦਾ ਕੋਈ ਮੁੱਲ ਨਹੀਂ। ਨਾਮਹੀਨ ਭਵ ਸਾਗਰ ਬੀਚੂ। ਜਿਹੜੇ ਨਾਮ ਤੋਂ ਹੀਣੇ ਲੋਕ ਨੇ, ਉਹ ਇਸ ਭਵ ਸਾਗਰ ਵਿੱਚੋਂ ਜਨਮ ਤਰੇ ਊਚ ਕਬ ਨੀਚੂ। ਉਹ ਜੰਮਦੇ ਮਰਦੇ ਰਹਿੰਦੇ ਆ, ਕਦੇ ਉੱਚੀਆਂ ਜੂਨੀਆਂ, ਕਦੇ ਤ੍ਰਿਗਦ ਜੂਨੀਆਂ 'ਚ। ਨਾਮ ਵਿਹੂਣੇ ਬੰਦੇ ਉਹ ਇਹ ਸੰਸਾਰ ਦੇ ਵਿੱਚ ਉੱਚੀਆਂ ਨੀਵੀਆਂ ਜੂਨੀਆਂ 'ਚ ਭਟਕਦੇ ਫਿਰਦੇ ਹਨ। ਨਾਮ ਬਿਨਾ ਤ੍ਰਿਗ ਰਾਜ ਸਮਾਜੂ। ਪਰਮੇਸ਼ਰ ਦੇ ਨਾਮ ਤੋਂ ਬਿਨਾ ਰਾਗ ਸਮਾਜ ਸਭ ਤ੍ਰਿਕਾਰ ਹੈ, ਤ੍ਰਿਗ ਹੈ। ਮਹਾਰਾਜ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਸਭ ਕੁਝ ਤ੍ਰਿਗ ਹੀ ਹੈ। ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਰਾਗ ਸਮਾਜ ਸਭ ਤ੍ਰਿਗ ਨੇ। ਨਾਮਹੀਨ ਜਗ ਜੀਵਨ ਲਾਜੂ। ਨਾਮ ਵਿਹੂਣੇ ਬੰਦਿਆਂ ਦਾ ਇਹ ਸੰਸਾਰ ਦੇ ਵਿੱਚ ਜੀਵਣਾ ਸ਼ਰਮਨਾਕ ਹੈ। ਜਿਹੜੇ ਨਾਮ ਵਿਹੂਣੇ ਬੰਦੇ ਸੰਸਾਰ 'ਚ ਜੀਵਦੇ ਐ, ਉਹਨਾਂ ਦਾ ਜੀਵਣਾ ਹੀ ਸ਼ਰਮਿੰਦਗੀ ਕਹਿ ਸਕਦੇ ਆ। ਉਹਨਾਂ ਦਾ ਜੀਵਣਾ ਹੀ ਸ਼ਰਮਨਾਕ ਹੈ। ਅਭੈ ਪਵਿੱਤ ਭੋਗੇ ਪਵ ਭੋਗੂ। ਭਾਵੇਂ ਸੰਸਾਰ ਦੇ ਸਾਰੇ ਭੋਗ ਭੋਗ ਲੈਣ, ਸਾਰੇ ਪਦਾਰਥ ਉਹਨਾਂ ਨੇ ਮਾਣ ਲਏ ਹੋਣ, ਨਾਮ ਬਿਨਾ ਜਾਵੇ ਜਮ ਲੋਗੂ। ਇਹੋ ਜਿਹੇ ਲੋਕ ਨਾਮ ਵਿਹੂਣੇ ਬੰਦੇ ਜਮ ਲੋਕ ਜਾਂਦੇ ਨੇ, ਜਮਪੁਰੀਆਂ ਨੂੰ ਜਾਂਦੇ ਹਨ। ਚੌਪਈ ਸੁੰਦਰ ਮੰਦਰ ਅੰਗਨਾ ਸੇਜਾ। ਕਹਿੰਦੇ ਸੋਹਣਿਆਂ ਮੰਦਰਾਂ ਵਿੱਚ ਰਹਿਣਾ, ਸੋਹਣੀਆਂ ਸਜਾਵਾਂ ਦੇ ਉੱਤੇ ਵਿਚਰਨਾ, ਭੋਗ ਭੋਗਣੇ। ਅੰਤ ਸਮੇਂ ਜਮ ਗਹਿ ਕਰ ਲੈ ਜਾ। ਕਹਿੰਦੇ ਜੇ ਭਜਨ ਨਹੀਂ ਕੀਤਾ ਤੇ ਅੰਤ ਸਮੇਂ ਜੰਮਾਂ ਨੇ ਫੜ ਕੇ ਲੈ ਜਾਣਾ, ਜੰਮਾਂ ਨੇ ਕਹਿੰਦੇ ਗਰਸ ਕੇ ਲੈ ਜਾਣਾ ਇਹੋ ਜਿਹੇ ਜੀਵਾਂ ਨੂੰ। ਚਤੁਰੰਗਨ ਤੁਝ ਨੀ ਬਲ ਤਰਨੀ। ਕਹਿੰਦੇ 4 ਪ੍ਰਕਾਰ ਦੀ ਫੌਜ ਹੋਵੇ, ਚਤਰੰਗਨੀ ਫੌਜ ਹੋਵੇ, ਉਹਦਾ ਮਾਲਕ ਹੋਵੇ, ਧਰਤੀ ਦੇ ਉੱਤੇ ਬਲ ਚੱਲਦਾ ਹੋਵੇ। ਤੈ ਛਿਨ ਕਾਉ ਨਾ ਤੇ ਹੋਏ ਕਰਨੀ। ਕਹਿੰਦੇ ਜੇ 4 ਤਰ੍ਹਾਂ ਦੀ ਫੌਜ ਹੋਵੇ, ਬਲ ਤਾਕਤ ਦਾ ਮਾਲਕ ਹੋਵੇ, ਜਦੋਂ ਮੌਤ ਆਉਂਦੀ ਹੈ ਨਾ,
ਉਹਦੇ ਚੋਂ ਚਤਰੰਗਣੀ ਫੌਜ ਵਿੱਚੋਂ ਕਿਸੇ ਨੇ ਨਹੀਂ ਆ ਕੇ ਕਹਿਣਾ ਬਈ ਅਸੀਂ ਤੈਨੂੰ ਬਚਾਉਣੇ ਆਉਣ ਲੱਗੇ ਹਾਂ। ਕਾਲ ਤੋਂ ਕਿਸੇ ਨੇ ਨਹੀਂ ਰੱਖਿਆ ਕਰਨੀ ਪਰਮੇਸ਼ਰ ਦੇ ਭਜਨ ਤੋਂ ਬਿਨਾ। ਗੱਜ ਬਾਜੀ ਸਿਅੰਦਨ ਬੋਰੰਗੇ। ਸੋਹਣੇ ਹਾਥੀਆਂ ਦਾ ਮਾਲਕ ਹੋਵੇ, ਘੋੜਿਆਂ ਦਾ ਮਾਲਕ ਹੋਵੇ, ਰਥਾਂ ਹੋਣ, ਇਸੇ ਤਰ੍ਹਾਂ ਕਈ ਰੰਗਾਂ ਦੀਆਂ ਰਥਾਂ ਹੋਣ। ਹੋਤ ਕੋਸ਼ ਗਮਨੇ ਪਗ ਨੰਗੇ। ਕਹਿੰਦੇ ਜਿੰਨੇ ਮਰਜ਼ੀ ਖਜ਼ਾਨਿਆਂ ਦਾ ਮਾਲਕ ਹੋਵੇ, ਨੰਗੇ ਪੈਰੀ ਸੰਸਾਰ ਤੋਂ ਜਾਣਾ ਪੈਂਦਾ। ਕਲਗੀਧਰ ਸਵਾਮੀ ਦੇ ਬਚਨ ਨੇ, ਸਵਈਆਂ ਚਾਪ ਜੀ ਰੋਜ਼ ਪੜ੍ਹਦੇ ਤੇ ਸੁਣਦੇ ਹੋ। ਮਾਤੇ ਮਤੰਗ ਜਰੇ ਜਰ ਸੰਗ ਅਨੂਪਯ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਉਨ ਕੇ ਕੌਨ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ। ਇਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਅਖੀਰ ਨੂੰ ਗਮਨੇ ਪਗ ਨੰਗੇ, ਨੰਗੇ ਪੈਰੀਏ ਸੰਸਾਰ ਤੋਂ ਗਏ। ਸੇਵਕਾ ਡੋਰੇ ਤਜ ਕਰ ਨਾਨਾ। ਕਹਿੰਦੇ ਨਾਨਾ ਪ੍ਰਕਾਰ ਦੀਆਂ ਡੋਲੀਆਂ ਡੋਲੇ, ਸੇਵਕਾ ਰਥ ਪਾਲਕੀਆਂ, ਉਹਨਾਂ ਸਾਰਿਆਂ ਨੂੰ ਛੱਡ ਕੇ ਨਾਮ ਬਿਨਾ ਜਮਪੁਰੀ ਪਿਆਨਾ। ਪਰਮੇਸ਼ਰ ਦੇ ਨਾਮ ਤੋਂ ਬਿਨਾ ਜਮਪੁਰੀ ਨੂੰ ਪਿਆਨਾ ਕੀਤਾ, ਜਮਪੁਰੀ ਨੂੰ ਚਲਾ ਗਿਆ। ਨਾਮਹੀਨ ਅਸ ਸਵਾਸ ਸਹਿਤ। ਕਹਿੰਦੇ ਨਾਮ ਵਿਹੂਣੇ ਬੰਦੇ ਸਾਹ ਲੈਂਦੇ ਐ। ਕਹਿੰਦੇ ਉਹਨਾਂ ਦੇ ਸਾਹ ਲੈਣੇ ਇਸ ਤਰ੍ਹਾਂ ਨੇ, ਅੱਗੇ ਦੱਸਦੇ ਕਿ ਜਿਹੜੇ ਨਾਮ ਵਿਹੂਣੇ ਬੰਦੇ ਸਾਹ ਤਾਂ ਉਹ ਵੀ ਲੈਂਦੇ ਐ, ਪਰ ਉਹਨਾਂ ਦਾ ਸਾਹ ਲੈਣਾ ਇਸ ਤਰ੍ਹਾਂ ਜੈ ਬਿਦ ਪਸਰਾ ਫੂਕ ਬਹਿਤ ਹੈ। ਕਹਿੰਦੇ ਜਿਵੇਂ ਲੁਹਾਰ ਦੀ ਭੱਠੀ ਕੋਲ ਧੌਂਕਣੀ ਨਹੀਂ ਪਈ ਹੁੰਦੀ, ਹਵਾ ਨਾਲ ਫੂਕ ਭਰ ਕੇ ਕੱਢੀ ਜਾਂਦਾ ਅੱਗ ਬਾਲਣ ਵਾਸਤੇ। ਕਹਿੰਦੇ ਉਹਦੇ ਵਾਂਗੂ ਸਾਹ ਲੈਂਦੇ ਐ ਜਿਹੜੇ ਨਾਮ ਵਿਹੂਣੇ ਬੰਦੇ ਆ। ਬਸ ਧੌਂਕਣੀ ਧੁੱਕ ਰਹੀ ਐ। ਨਾਮ ਜਪਤ ਸੇ ਵੱਡੇ ਵਡੇਰੇ। ਜਿਹੜਾ ਨਾਮ ਜਪਦਾ ਉਹ ਵੱਡਿਆਂ ਤੋਂ ਵੀ ਵੱਡਾ ਹੋ ਜਾਂਦਾ ਹੈ। ਨਾਮ ਜਪਣ ਵਾਲਾ ਵੱਡਿਆਂ ਤੋਂ ਵੀ ਵੱਡਾ। ਪੁੱਛਿਆ ਪੰਜਵੇਂ ਪਾਤਸ਼ਾਹ ਵੱਡਾ ਕੌਣ ਹੈ? ਕੋਈ ਕਹਿੰਦਾ ਧਨ ਵਾਲਾ ਵੱਡਾ ਹੁੰਦਾ ਹੈ, ਕਿਸੇ ਕੋਲ ਸ਼ੋਹਰਤ ਵਡਿਆਈ ਸੰਸਾਰ ਦੀ ਹੋਵੇ ਉਹ ਵੱਡਾ ਹੁੰਦਾ। ਤੇ ਪਾਤਸ਼ਾਹ ਕਹਿੰਦੇ ਸੋ ਵੱਡਾ ਜਨ ਰਾਮ ਲਿਵ ਲਾਈ। ਪੰਜਵੇਂ ਪਾਤਸ਼ਾਹ ਗੁਰਦੇਵ ਦੇ ਬਚਨ ਨੇ। ਵੱਡਾ ਉਹ ਹੈ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨਾਲ ਆਪਣੀ ਸੁਰਤ ਜੋੜਦਾ ਹੈ। ਤਿੰਨ ਜਮਦੂਤ ਨ ਆਵਤ ਨੇਰੇ। ਜਮਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਿਹੜੇ ਪਰਮੇਸ਼ਰ ਦੇ ਨਾਮ ਦਾ ਭਜਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਦੋਹਰਾ ਨਾਮ ਨ ਜਪੈ ਅਕਿਰਤ ਕਣ ਜੋ ਅਭਿਮਤ ਦਾਤਾਰ। ਜਿਹੜੇ ਨਾਮ ਨਹੀਂ ਜਪਦੇ ਉਹ ਅਕਿਰਤ ਕਣ ਹਨ। ਦਾਤਾਂ ਦੇਣ ਵਾਲੇ ਦਾਤਾਰ ਦਾ ਸ਼ੁਕਰ ਨਹੀਂ ਕਰਦੇ ਔਰ ਉਹਦਾ ਭਜਨ ਨਹੀਂ ਕਰਦੇ। ਇਹੋ ਜਿਹੇ ਲੋਕ ਅਕਿਰਤ ਕਣ ਹਨ। ਜਗ ਵਡਿਆਈ ਬਾਦ ਮੈਂ ਉਰਜੇ ਮੰਦ ਗਵਾਰੇ। ਜਗਤ ਦੀ ਝੂਠੀ ਤੇ ਵਿਅਰਥ ਵਡਿਆਈ ਦੇ ਵਿੱਚ ਉਹ ਗਵਾਰ ਤੇ ਮੰਦ ਲੋਕ ਉਲਝੇ ਫਿਰਦੇ ਐ ਔਰ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਅਕਿਰਤ ਕਣ ਹੋ ਕੇ ਸੰਸਾਰ 'ਚ ਵਰਤਦੇ ਹਨ। ਚੌਪਈ ਜਾਨਤ ਸੰਤ ਨਾਮ ਪ੍ਰਤਾਪੂ। ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹ ਨਾਮ ਦਾ ਪ੍ਰਤਾਪ ਜਾਣਦੇ ਹਨ। ਉਹ ਜਾਣਦੇ ਹਨ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਕੀ ਹੈ। ਜੈ ਕੈ ਪਾਇਓ ਜਾਪੇ ਅਜਾਪੂ। ਕਿੱਥੇ ਕਿੱਥੇ ਤਿਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪ ਕੇ ਹੀ ਜੋ ਕੁਝ ਪ੍ਰਾਪਤ ਕੀਤਾ ਹੈ, ਪਰਮੇਸ਼ਰ ਦੇ ਜਾਪ ਨੂੰ ਜਪ ਕੇ ਹੀ ਪ੍ਰਾਪਤ ਕੀਤਾ ਹੈ। ਨੈ ਜਾਣੇ ਸਾਕਤ ਪਰਤਾਪਾ। ਜਿਹੜੇ ਸਾਕਤ ਤੇ ਦੁਰਜਨ ਲੋਕ ਨੇ ਉਹ ਕੀ ਜਾਣਨ ਨਾਮ ਦੀ ਮਹਿਮਾ ਨੂੰ? ਉਹ ਨਾਮ ਦਾ ਪ੍ਰਤਾਪ ਨਹੀਂ ਜਾਣਦੇ। ਧਨ ਵਿਸ਼ਵਾਸੀ ਐ ਮਤਿਆਪਾ। ਉਹਨਾਂ ਨੂੰ ਤਾਂ ਕੇਵਲ ਧਨ ਦਾ ਵਿਸ਼ਵਾਸ ਹੈ ਤੇ ਸੱਪ ਵਰਗੀ ਬਿਰਤੀ ਆ ਉਹਨਾਂ ਦੀ। ਇਹ ਮਤ ਜਿਵੇਂ ਸੱਪ ਦੀ ਮਤ ਹੁੰਦੀ ਆ ਨਾ, ਜ਼ਰੀਲੀ, ਏਦਾਂ ਦੀ ਮਤ ਦੇ ਧਾਰਨੀ ਹੁੰਦੇ ਜਿਹੜੇ ਸਾਖਤ ਲੋਕ ਨਾਮ ਦਾ ਪ੍ਰਤਾਪ ਨਹੀਂ ਜਾਣਦੇ। ਦਰਬ ਹੇਤ ਸਭ ਕਰੇ ਉਪਾਈ। ਉਹ ਕੇਵਲ ਧਨ ਨੂੰ ਪ੍ਰਾਪਤ ਕਰਨ ਲਈ ਉਪਾਅ ਕਰਦੇ ਆ ਵੀ ਕਿਸੇ ਤਰੀਕੇ ਧਨ ਕਿਵੇਂ ਆਉਂਦਾ, ਕਿਹਨੂੰ ਠੱਗੀਏ, ਕਿਹਦਾ ਗਲ ਵੱਢੀਏ, ਕਿਹਨੂੰ ਮੂਰਖ ਬਣਾਈਏ। ਤੇ ਸ਼ਬਦ ਕੀ ਵਰਦੇ, ਕਿਹਦੇ ਤੇ ਟੋਪੀ ਧਰੀਏ ਸਿਰ ਤੇ।
ਇਦਾਂ ਕਿਵੇਂ? ਉਹ ਧਨ ਕਮਾਉਣ ਵਾਸਤੇ, ਧਨ ਨੂੰ ਪ੍ਰਾਪਤ ਕਰਨ ਲਈ ਹੀ ਉਪਾਅ ਕਰਦੇ ਨੇ। ਵਾਹਿਗੁਰੂ ਉਰ ਦੀਨ ਭੁਲਾਈ। ਔਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਆਪਣੇ ਹਿਰਦੇ ਚੋਂ ਭੁਲਾਇਆ ਹੋਇਆ। ਨਿਰੰਕਾਰ ਦਾ ਨਾਮ ਉਹਨਾਂ ਨੂੰ ਚੇਤੇ ਨਹੀਂ। ਕੰਚਨ ਰੁਚਿਰ ਰਚਿਤ ਭਰਤ ਰਤਨਾ। ਸੋਨਾ ਜਾਂ ਹੋਰ ਜਿਹੜੇ ਸ੍ਰੇਸ਼ਟ ਰਤਨ ਆਦਿਕ ਨੇ ਉਹਨਾਂ ਵਿੱਚ ਹੀ ਖਚਤ ਹੋ ਰਹੇ ਨੇ। ਤੈ ਤਜ ਕਰਤ ਕਾਚ ਹਿਤ ਜਤਨਾ। ਔਰ ਇਹਨਾਂ ਨੂੰ ਛੱਡਦੇ ਹੀ ਨਹੀਂ, ਕਾਚੀ ਵਿਹਾਜਣ ਚ ਲੱਗੇ ਹੋਏ ਨੇ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਕੇਵਲ ਇਹਨੂੰ ਇਕੱਤਰ ਕਰਨ ਚ ਲੱਗੇ ਹੋਏ ਨੇ। ਸਵਈਆ ਜਾਨਤ ਹੈ ਮਹਿਮਾ ਐ ਸ਼ੇਖ ਸੋ ਨਾਮੇ ਕੀ ਪ੍ਰਤਾਪ ਵਡਾਈ। ਵਾਹਿਗੁਰੂ ਦੇ ਸ੍ਰੇਸ਼ਟ ਨਾਮ ਦੇ ਪ੍ਰਤਾਪ ਦੀ ਵਡਿਆਈ ਸ਼ੇਸ਼ਨਾਗ ਨੂੰ ਪੁੱਛੋ, ਜਾਣਦਾ ਨਾਮ ਦੀ ਵਡਿਆਈ ਕੀ ਹੈ, ਜਿਹੜਾ 1000 ਮੂੰਹ ਲੈ ਕੇ ਰੋਜ਼ 1000 ਨਾਮ ਪਰਮੇਸ਼ਰ ਦੇ ਨਵੇਂ ਉਚਾਰਦਾ ਹੈ। ਉਹਨੂੰ ਪੁੱਛੋ ਨਾਮ ਦੀ ਵਡਿਆਈ ਕੀ, ਦੱਸੇਗਾ ਕਿ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਕੀ ਹੈ। ਸੈਲਨ ਕਾਨਨ ਸੋ ਤਰਨੀ ਪਰ ਸੁਨੇ ਜੋ ਜਿਨ ਸੀਸੇ ਉਠਾਈ। ਕਹਿੰਦੇ ਸ਼ੇਸ਼ਨਾਗ ਮੰਨਿਆ ਜਾਂਦਾ, ਇਹ ਉਦਾਹਰਣ ਹੁੰਦੀ, ਕਵੀ ਸਿਧਾਂਤ ਲੈਂਦਾ ਹੁੰਦਾ, ਉਦਾਹਰਣ ਕੋਈ ਵੀ ਵਰਤ ਸਕਦਾ। ਉਹ ਕਹਿੰਦੇ ਨਾਮ ਦਾ ਪ੍ਰਤਾਪ ਸ਼ੇਸ਼ ਨੂੰ ਪੁੱਛੋ, ਜਿਹਨੇ ਆਪ ਕਿੱਡੀ ਵੱਡੀ ਧਰਤੀ ਹੈ, ਜਿਹਦੇ ਤੇ ਕਿੰਨੇ ਪਹਾੜ ਨੇ, ਕਿੰਨੇ ਦਰਖਤ ਨੇ, ਸਿਰ ਦੇ ਉੱਤੇ ਏਦਾਂ ਚਾਈ ਹੋਈ ਹੈ ਜਿਵੇਂ ਕੋਈ ਫੁੱਲ ਰੱਖਿਆ ਹੁੰਦਾ ਸਿਰ ਤੇ। ਨਾਮ ਦੇ ਪ੍ਰਤਾਪ ਨਾਲੇ ਧਰਤੀ ਉਹਨੂੰ ਭਾਰੀ ਨਹੀਂ ਲੱਗਦੀ, ਭਾਵੇਂ ਕਿ ਇਹ ਧਰਤੀ ਧਰਮ ਆਸਰੇ ਟਿਕੀ ਹੋਈ ਹੈ, ਇਹ ਸਿਧਾਂਤ ਹੈ, ਪਰ ਉਦਾਹਰਣ ਹੈ। ਨਾਮ ਦੀ ਮਹਿਮਾ ਦੱਸ ਰਹੇ ਨੇ ਕਿ ਨਾਮ ਦੀ ਮਹਿਮਾ ਦੇ ਉੱਤੇ ਹੀ ਇਹ ਕਹਿ ਲਈਏ ਕਿ ਧਰਤੀ ਜਿਹੜੀ ਇੰਨੀ ਵਜਨ ਵਾਲੀ ਹੈ, ਉਹਨੇ ਫੁੱਲਾਂ ਵਾਂਗੂ ਚੁੱਕੀ ਹੋਈ ਹੈ। ਨਾਮ ਮਹਾਤਮ ਸ਼ੰਕਰ ਜਾਨਤ ਕੰਠ ਹਾਲਾ ਹਾਲ ਲੀਨ ਪਚਾਈ। ਕਹਿੰਦੇ ਨਾਮ ਦਾ ਪ੍ਰਤਾਪ ਸ਼ਿਵ ਨੂੰ ਪੁੱਛੋ, ਜਿਹਨੇ ਨਾਮ ਦੇ ਪ੍ਰਤਾਪ ਕਰਕੇ ਜ਼ਹਿਰ ਨੂੰ ਗਲੇ ਦੇ ਵਿੱਚ ਹਜਮ ਕਰ ਲਿਆ, ਕੰਠ 'ਚ। ਉਹਨੇ ਕੰਠ ਦੇ ਵਿੱਚ ਨੀਲ ਕੰਠ ਕਹਿੰਦੇ ਆ ਨਾ ਉਹਨੂੰ, ਭਗਵਾਨ ਸ਼ਿਵ ਨੂੰ। ਕਹਿੰਦੇ ਨਾਮ ਦਾ ਹੀ ਪ੍ਰਤਾਪ ਸੀ, ਨਾਮ ਜਪਦਾ ਸੀ ਉਹ, ਤੇ ਨਾਮ ਦੇ ਜਪਣੇ ਕਰਕੇ ਕੰਠ ਦੇ ਵਿੱਚ ਉਸ ਨੇ ਜ਼ਹਿਰ ਨੂੰ ਪਚਾ ਲਿਆ। ਇਹ ਵੀ ਨਾਮ ਦਾ ਪ੍ਰਤਾਪ ਹੈ। ਆਤਮ ਭੂਪਾਲ ਰੀਤ ਪਛਾਨਤ ਜਾਂ ਬਲ ਸੋ ਪਰ ਪੰਚ ਬਨਾਈ। ਕਹਿੰਦੇ ਆਤਮ ਭੂ ਨੂੰ ਪੁੱਛੋ, ਆਤਮ ਭੂ ਕੌਣ ਹੈ? ਬ੍ਰਹਮਾ ਜੀ। ਬ੍ਰਹਮਾ ਜੀ ਨੂੰ ਪੁੱਛੋ ਨਾਮ ਦੀ ਮਹਿਮਾ ਕਿੱਡੀ ਵੱਡੀ ਹੈ। ਕਹਿੰਦੇ ਬ੍ਰਹਮਾ ਜੀ ਨੂੰ ਕਿਹਾ ਤਪ ਕਰ ਤਪ ਕਰ ਤਪ ਕਰ, 3 ਵਾਰੀ ਆਵਾਜ਼ ਆਈ। ਜਿਉਂ ਤਪ ਸਾਧਨ ਲੱਗਾ, ਭਜਨ ਕਰਨ ਲੱਗਾ, ਉਹ ਨਾਮ ਜਪਦਿਆਂ ਜਪਦਿਆਂ ਬ੍ਰਹਮਾ ਜੀ ਕੋਲੇ ਤਾਕਤ ਆਈ ਨਾਮ ਦੇ ਪ੍ਰਤਾਪ ਨਾਲ ਕਿ ਉਹ ਸ੍ਰਿਸ਼ਟੀ ਦੀ ਰਚਨਾ ਕਰਨ ਲੱਗ ਪਿਆ। ਨਾਮ ਦੇ ਪ੍ਰਤਾਪ ਕਰਕੇ ਆ। ਬ੍ਰਹਮਾ ਜੀ ਕੋਲ ਆਪਣੀ ਸ਼ਕਤੀ ਨਹੀਂ, ਨਾਮ ਦੀ ਸ਼ਕਤੀ। ਨਾਮ ਪ੍ਰਮਾਤਮਾ ਦਾ ਨਾਮ ਤੇ ਨਾਮੀ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ। ਤੋ ਨਾਮ ਦੇ ਪ੍ਰਤਾਪ ਕਰਕੇ ਉਹਨੇ ਪਰਪੰਚ ਰਚ ਦਿੱਤਾ। ਵੇਖੋ ਇਹ ਨਾਮ ਦੀ ਮਹਿਮਾ ਹੈ। ਸਵਈਆ ਪ੍ਰਹਿਲਾਦ ਕਵਿਆਦ ਤੇ ਲੋਚਨ ਨਾਰਦ ਤ੍ਰੂਸਨ ਕਾਦ ਜੈ ਦੇਵ ਸਦਨਾ। ਹੁਣ ਭਗਤਾਂ ਦੇ ਭਗਤੀ ਮਾਰਗ ਤੇ ਚੱਲ ਕੇ ਰੱਬ ਦਾ ਨਾਮ ਜਪਦਿਆਂ ਜਿਹੜੇ ਭਗਤ ਹੋ ਗਏ ਉਹਨਾਂ ਦਾ ਜ਼ਿਕਰ ਕਰਦੇ। ਪਹਿਲਾਂ ਕਹਿੰਦੇ ਪ੍ਰਹਿਲਾਦ, ਕਹਿੰਦੇ ਵੇਖੋ ਭਗਤ ਪ੍ਰਹਿਲਾਦ ਨੇ ਨਾਮ ਜਪਿਆ, 4 ਕੁੰਟਾਂ 'ਚ ਜਾਣੇ ਜਾਣ ਲੱਗ ਪਏ। ਕਵਿਆਦ, ਕਵਿਆਦ, ਕਵਾਦ ਸ਼ਬਦ ਲਿਖਿਆ ਪਰ ਸੰਧੀ ਛੇਦ ਕਰਕੇ ਕਵਿਆਦ, ਸਭ ਤੋਂ ਪਹਿਲੇ ਆਦ ਕਵੀ। ਪੂਰੇ ਸੰਸਾਰ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਆਦ ਕਵੀ ਹੋਏ ਨੇ ਉਹ ਹੋਏ ਨੇ ਮਹਾਰਿਸ਼ੀ ਵਾਲਮੀਕ ਜੀ। ਮੇਰੇ ਖਿਆਲ ਅੱਜ ਉਹਨਾਂ ਦੀ ਜਯੰਤੀ ਵੀ ਹੈ। ਭਗਵਾਨ ਸ੍ਰੀ ਵਾਲਮੀਕ ਵੀ ਕਹਿੰਦੇ ਰਾਮਾਇਣ ਸੰਸਕ੍ਰਿਤ ਵਿੱਚ ਸਭ ਤੋਂ ਪਹਿਲੀ ਕਾਵ ਦੇ ਵਿੱਚ ਲਿਖਣ ਵਾਲੇ ਉਹ ਭਗਵਾਨ ਵਾਲਮੀਕ ਰਿਸ਼ੀ ਜੀ ਸਨ। ਤੋ ਭਗਵਾਨ ਵੀ ਕਹਿੰਦੇ, ਉਹਨਾਂ ਦੇ ਅਨੁਯਾਈ ਉਹਨਾਂ ਨੂੰ ਭਗਵਾਨ ਰੂਪ ਜਾਣ ਕੇ ਵੀ ਪੂਜਦੇ ਆ। ਤੋ ਪਰਮੇਸ਼ਰ ਦੀ ਬੰਦਗੀ ਕਰਕੇ ਉਹ ਕਿੱਡੀ ਵੱਡੀ ਮਹਾਨ ਪ੍ਰਸਿੱਧ ਸ਼ਕਤੀ ਨੂੰ ਪ੍ਰਾਪਤ ਹੋਏ ਭਗਵਾਨ ਵਾਲਮੀਕ ਜੀ।
ਰਾਮਾਇਣ ਉਹਨਾਂ ਨੇ ਰਾਮਚੰਦਰ ਜੀ ਦੇ ਜਨਮ ਤੋਂ ਵੀ ਕਈ ਯੁੱਗ ਪਹਿਲਾਂ ਲਿਖ ਦਿੱਤੀ ਸੀ ਵੀ ਇਹ ਹੋਵੇਗਾ ਅੱਗੇ। ਇਹ ਭਜਨ ਸੀ ਨਾ ਪਰਮੇਸ਼ਰ ਦੀ ਬੰਦਗੀ ਦੇ ਪ੍ਰਤਾਪ ਸਦਕਾ। ਤੋ ਕਹਿੰਦੇ ਉਹਨਾਂ ਨੂੰ ਕਹਿੰਦੇ ਕਵਾਦ, ਕਵਿਆਦ, ਯਾਨੀ ਕਿ ਵਾਲਮੀਕ ਜੀ ਉਹ ਵੀ ਨਾਮ ਜਪ ਕੇ ਸ੍ਰੇਸ਼ਟ ਹੋਏ। ਤਿਰਲੋਚਨ, ਭਗਤ ਤਿਰਲੋਚਨ ਜੀ ਮਹਾਰਾਜ। ਨਾਰਦ ਜੀ ਵੀ ਤਾਂ ਨਾਰਾਇਣ 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 ਜਪਦੇ ਆ, ਨਾਮ ਜਪ ਕੇ ਉਹ ਵੀ ਭਗਤ ਹੋਏ। ਧਰੂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਰਾਜ ਜੀ ਨੇ ਪ੍ਰਮਾਣ ਦਿੱਤੇ ਗੁਰਬਾਣੀ ਚ ਨਾ ਮਹਾਂਪੁਰਸ਼ਾਂ ਦੇ, ਜਿਨ੍ਹਾਂ ਦਾ ਇੱਥੇ ਭਾਈ ਸਾਹਿਬ ਜ਼ਿਕਰ ਕਰ ਰਹੇ ਨੇ। ਕਹਿੰਦੇ ਧਰੂ ਜੀ ਨੇ ਜਪਿਆ ਸਨਕਾਦ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਫਿਰ ਜੈਦੇਵ, ਭਗਤ ਜੈਦੇਵ ਜੀ ਮਹਾਰਾਜ, ਨਾਮ ਦੇ ਪ੍ਰਤਾਪ ਨਾਲ ਕਿੱਡੀ ਵੱਡੀ ਸੋਭਾ ਪਾਈ ਕਿ ਉਹਨਾਂ ਦੀ ਬਾਣੀ ਨੂੰ ਸਤਿਗੁਰਾਂ ਨੇ ਆਪਣੀ ਬਾਣੀ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਮਹਾਰਾਜ ਭਗਤ ਜੈਦੇਵ ਜੀ ਪ੍ਰਮਾਦ ਪੁਰਖ ਮਨੋ ਪਿਵੰਗ ਸਦਾਦ ਭਾਵ ਰਤਨ, ਮਹਾਂਪੁਰਸ਼ ਨਾਮ ਦੇ ਜਾਪ ਕਰਕੇ ਕਿੱਡੇ ਵੱਡੇ ਪ੍ਰਸਿੱਧ ਪਦਵੀ ਨੂੰ ਪ੍ਰਾਪਤ ਹੋਏ। ਸਤੰਨਾ, ਭਗਤ ਧੰਨਾ ਜੀ ਮਹਾਰਾਜ, ਉਹ ਵੀ ਪਰਮੇਸ਼ਰ ਦੀ ਬੰਦਗੀ ਕਰਕੇ ਸੰਸਾਰ 'ਚ ਪ੍ਰਗਟ ਹੋਏ। ਅੰਬਰੀਕ ਕਬੀਰ ਪਰੂਰ ਅੰਗਰਾ, ਨਾਮੇ ਬਬੀਖਨ ਕੁੰਭਜ ਮੰਨਾ। ਕਹਿੰਦੇ ਅੰਬਰੀਕ ਜੀ ਕਿੱਡੇ ਵੱਡੇ ਮਹਾਂਪੁਰਸ਼ ਭਗਤ ਸਨ। ਅੰਬਰੀਕ, ਕਬੀਰ, ਪਰੂਰੋ, ਦੂਰਬਾ ਪਰੂਰੋ ਅੰਗਰ, ਗੁਰੂ ਗ੍ਰੰਥ ਸਾਹਿਬ 'ਚ ਬਚਨ ਆਉਂਦੇ। ਇਹ ਸਾਰੇ ਮਹਾਂਪੁਰਸ਼ ਭਗਤ ਨੇ ਜਿਨ੍ਹਾਂ ਬਾਰੇ ਪੜ੍ਹਨਾ ਹੋਵੇ ਆਪ ਜੀ ਨੇ ਕਿਹਨਾਂ ਮਹਾਂਪੁਰਸ਼ਾਂ ਭਗਤਾਂ ਦੀ ਜੀਵਨੀ। ਤੇ ਇੱਕ ਨਾਭਾਕ੍ਰਿਤ ਭਗਤਮਾਲਾ ਮਿਲਦੀ ਹੈ ਪੁਰਾਣੀ, ਜਾਂ ਹੋਰ ਭਗਤਮਾਲਾ ਪੰਜਾਬੀ ਵਿੱਚ ਵੀ ਛਪੀ ਮਿਲਦੀ। ਉਹਨਾਂ ਮਹਾਂਪੁਰਸ਼ਾਂ ਭਗਤਾਂ ਦਾ ਨਾਭਾਕ੍ਰਿਤ ਭਗਤਮਾਲਾ 'ਚ ਬਹੁਤ ਸਾਰੇ ਮਹਾਂਪੁਰਸ਼ਾਂ ਭਗਤਾਂ ਦਾ ਜੀਵਨ ਹੈ, ਉਹ ਪੜ੍ਹ ਸਕਦੇ ਹਾਂ। ਅੰਗਰਾ, ਨਾਮੇ ਨਾਮਦੇਵ ਜੀ ਮਹਾਰਾਜ। ਵਿਭੀਸ਼ਣ, ਇਹ ਵੀ ਭਗਤ ਹੀ ਮੰਨਿਆ ਨਾ, ਨਾਮ ਜਪਦਾ ਸੀ। ਇਸੇ ਤਰ੍ਹਾਂ ਕੁੰਭਜ ਅਗਸਤ ਮੁਨੀ ਜੀ, ਇਹਨਾਂ ਨੂੰ ਕੁੰਭਜ ਕਹਿੰਦੇ ਆ, ਘੜੇ ਚੋਂ ਪੈਦਾ ਹੋਏ ਸਨ। ਕੁੰਭਜ ਜਿਹੜੇ ਘੜੇ ਚੋਂ ਉਤਪੰਨ ਹੋਣ, ਕੁੰਭ ਨਾਮ ਘੜੇ ਦਾ। ਅਗਸਤ ਮੁਨੀ ਜੀ ਜੈਸੇ ਮਹਾਂਪੁਰਸ਼ ਬੰਦਗੀ ਕਰਨ ਵਾਲੇ ਨਾਮ ਜਪ ਕੇ ਹੀ ਸੰਸਾਰ 'ਚ ਮੁਕਤ ਹੋਏ। ਰਵਦਾਸ ਆਜਾ ਮਲ ਊਦਵ ਕਰੂਰ, ਹਨੂਮਤ ਪੀਲਨੀ ਪੀਤਨ ਤੰਨਾ। ਭਗਤ ਰਵਿਦਾਸ ਜੀ ਮਹਾਰਾਜ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਵਾਹਿਗੁਰੂ ਦੀ ਬੰਦਗੀ ਕਰਕੇ ਉਹ ਵੀ ਕਿੱਡੇ ਵੱਡੇ ਮਹਾਂਪੁਰਸ਼ ਹੋਇਆ। ਅਜਾਮਲ, ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਉਹਨੇ ਵੀ ਨਾਮ ਜਪਿਆ ਤੇ ਕਿੱਡਾ ਵੱਡਾ ਪਾਪੀ ਸੀ, ਮੁਕਤ ਹੋ ਗਿਆ ਨਾਮ ਦੀ ਮਹਿਮਾ ਨਾਲ। ਊਧਵ ਜੀ ਭਗਵਾਨ ਕ੍ਰਿਸ਼ਨ ਜੀ ਦੇ ਭਗਤ ਹੋਏ, ਸੰਬੰਧੀ ਵੀ ਸੀ, ਨਾਮ ਜਪ ਕੇ ਮੁਕਤ। ਕਰੂਰ, ਹਨੂਮਾਨ ਜੀ। ਹਨੂਮਾਨ ਸਰ ਗਰੜ ਸਮਾਨਾ, ਸੇਖ ਨਾਗ ਤੇਰੋ ਮਰਮ ਨ ਜਾਨ। ਇਹ ਵੀ ਸਾਰੇ ਭਗਤੀ ਕਰਦੇ ਆ। ਭੀਲਨੀ, ਭਗਵਾਨ ਰਾਮਚੰਦਰ ਜੀ ਨੂੰ ਸੇਵਾ ਕਰਕੇ ਉਹ ਵੀ ਮੁਕਤ ਹੋਈ। ਭਗਤ ਧੰਨਾ ਜੀ ਧੰਨ ਹੋ ਗਏ ਨਾਮ ਜਪ ਕੇ। ਜੁਗ ਚਾਰ ਵਿਖੇ ਜੋ ਜਨ ਮੇ, ਜਿਨਹੂ ਕਿਨ ਨਾਮ ਹੂੰ ਤੇ ਪ੍ਰਮ ਪੰਨਾ। ਚੌਂ ਯੁੱਗਾਂ ਦੇ ਵਿੱਚ ਜਿਹੜੇ ਜਿਹੜੇ ਜਨ ਜਨਮੇ ਉੱਤੇ ਜਿਹੜੇ ਭਗਤ ਨੇ, ਚਾਰਾਂ ਯੁੱਗਾਂ ਦੇ ਭਗਤ ਨੇ। ਜਿਨ੍ਹਾਂ ਨੇ ਵੀ ਕਿਸੇ ਨੇ ਵੀ ਨਾਮ ਜਪਿਆ, ਕਹਿੰਦੇ ਉਹਨਾਂ ਦੇ ਭਰਮ ਭੰਨ ਗਏ, ਉਹਨਾਂ ਦੇ ਭਰਮ ਦੂਰ ਹੋ ਗਏ। ਜਿਸ ਨੇ ਵੀ ਨਾਮ ਜਪਿਆ ਉਹ ਭਰਮਾਂ ਤੋਂ ਰਹਿਤ ਹੋ ਕੇ ਮਹਾਂਪੁਰਸ਼ ਭਗਤ ਹੋ ਕੇ ਸੰਸਾਰ 'ਚ ਪ੍ਰਗਟ ਹੋ ਗਏ, ਜਗਤ ਦੇ ਵਿੱਚ ਪ੍ਰਗਟ ਹੋ ਗਏ। ਨਾਮ ਦੀ ਮਹਿਮਾ ਕਰਕੇ ਭਗਤ ਜਾਣੇ ਜਾਂਦੇ ਹਨ ਸੰਸਾਰ ਦੇ ਵਿੱਚ। ਕਬਿਤ ਬਾਨੀ ਛਬ ਬਨੀ ਅੰਗ, ਸ਼ੇਖ ਤਨ ਸੰਗ ਰੰਗ। ਹੁਣ ਨਾਮ ਦੀ ਉਜਵਲਤਾ ਦੱਸਦੇ ਆ। ਕਹਿੰਦੇ ਭਾਈ ਜਿਹੜੀ ਬਾਣੀ ਕਹੀ ਜਾਂਦੀ ਹੈ ਛਵੀ ਵਾਲੀ, ਸ੍ਰੇਸ਼ਟ ਚਿੱਟੇ ਅੰਗਾਂ ਵਾਲੀ, ਉਹਦੇ ਵਿੱਚ ਜਿਹੜੀ ਉਜਵਲਤਾ ਆਈ ਆ ਉਹ ਨਾਮ ਦੀ ਹੈ। ਸ਼ੇਸ਼ ਦਾ ਨਾਗ ਜਿਹੜਾ ਉਹਦਾ ਸਰੀਰ ਇੱਕ ਪਾਸਿਓਂ ਕਾਲਾ ਇੱਕ ਪਾਸਿਓਂ ਚਿੱਟਾ ਵੀ ਹੈ, ਜਿਹੜੀ ਉਹਦੇ 'ਚ ਚਿੱਟਾਪਨ ਹੈ ਉਹ ਵੀ ਪਰਮੇਸ਼ਰ ਦੇ ਨਾਮ ਦੇ ਸੰਗ ਰੰਗ ਹੈ। ਗੰਗ ਕੇ ਤਰੰਗ ਸੋ
ਪਤੰਗ ਕੋ ਕੀ ਕਾਨ ਗੰਗਾ ਹੈ। ਦੀਆਂ ਤਰੰਗਾਂ ਵਿੱਚ ਉਜਲਵਤਾਈ ਪਰਮੇਸ਼ਰ ਦੇ ਨਾਮ ਦੀ ਹੈ। ਪਤੰਗ ਨਾਮ ਸੂਰਜ ਦਾ, ਤੇ ਸੂਰਜ ਦੇ ਘੋੜਿਆਂ ਦਾ ਰੰਗ ਵੀ ਚਿੱਟਾ ਹੈ। ਉਹਨਾਂ 'ਚ ਜਿਹੜਾ ਚਿੱਟਾਪਨ ਉਜਵਲਤਾਈ ਉਹ ਵੀ ਪਰਮੇਸ਼ਰ ਦੇ ਨਾਮ ਕਰਕੇ ਹੈ। ਲੰਬੋਦਰ ਰਦਨ ਕੀਨੋ ਤਨੁਖ ਮਦਨ ਚੀਨੋ। ਲੰਬੋਦਰ, ਲੰਬੋਦਰ ਕਿਹਨੂੰ ਕਹਿੰਦੇ? ਲੰਮੇ ਢਿੱਡ ਵਾਲੇ ਨੂੰ। ਉਹ ਕੌਣ ਸਨ? ਗਣੇਸ਼ ਜੀ। ਕਹਿੰਦੇ ਉਹਨਾਂ ਦੇ ਜਿਹੜੇ ਦੰਦ, ਇੱਕੋ ਦੰਦ ਆ ਉਹਨਾਂ ਦਾ, ਬਾਹਰ ਡੇਢ ਦੰਦ ਹੈ, ਇੱਕ ਅੱਧਾ ਟੁੱਟਾ ਹੋਇਆ। ਕਹਿੰਦੇ ਉਹਨਾਂ ਦੇ ਜਿਹੜੇ ਦੰਦ ਦੇ ਵਿੱਚ ਸਫੇਦ ਪਨ ਹੈ ਨਾ, ਲੰਬੋਦਰ ਗਣੇਸ਼ ਦੇ, ਉਹਦੇ ਵਿੱਚ ਜਿਹੜਾ ਉਹ ਚਿੱਟਾਪਨ ਸਫੇਦੀ ਹੈ ਨਾ, ਉਹ ਵੀ ਪਰਮੇਸ਼ਰ ਦੇ ਨਾਮ ਕਰਕੇ। ਜੇ ਨਾਮ ਨਾ ਹੋਵੇ ਤੇ ਦੁਨੀਆ 'ਚ ਉਜਵਲਤਾਈ ਖਤਮ ਹੋ ਜਾਏ, ਅੰਧਕਾਰ ਹੀ ਅੰਧਕਾਰ ਹੋ ਜਾਏ। ਸ਼੍ਰੀਆ ਕੋ ਸਦਨ ਚਾਹੂ ਬਦਨ ਕੋ ਜਾਨ ਹੈ। ਤਨਖ ਮਦਨ ਚੀਨੋ, ਕਾਮਦੇਵ ਦੇ ਤਨਖ ਦੇ ਵਿੱਚ ਜਿਹੜੇ 5 ਤੀਰ ਨੇ ਸਫੇਦ ਰੰਗ ਦੇ, ਉਹਦੇ ਵਿੱਚ ਵੀ ਸਫੇਦੀ ਨਾਮ ਦੀ ਹੈ। ਸ਼੍ਰਿਆ ਕੋ ਸਦਨ, ਸ਼੍ਰਿਆ ਨਾਮ ਲక్ష్ਮੀ ਦਾ ਜਿਹੜਾ ਘਰ ਹੈ ਚਿੱਟੇ ਰੰਗ ਦਾ, ਉਹਦੇ ਵਿੱਚ ਵੀ ਨਾਮ ਦਾ ਹੀ ਉਜਵਲਪਨ ਹੈ। ਚਾਹੂ ਬਦਨ ਕੋ ਜਾਨ ਹੈ, 4 ਬਦਨਾਂ ਵਾਲੇ ਬ੍ਰਹਮਾ ਜੀ ਦੀ ਉਜਵਲਤਾਈ ਵੀ ਜਿਹੜੀ ਆ ਉਹ ਨਾਮ ਕਰਕੇ ਹੈ। ਕਰੁਣਾ ਨਿਦਾਨ ਸਿੰਘ ਜੋਨ ਕੀਨੀ ਜਾਨ ਮ੍ਰਿਗ। ਫਿਰ ਭਗਵਾਨ ਵਿਸ਼ਨੂੰ ਜੀ ਜਿਨ੍ਹਾਂ ਦੇ ਗਲ ਦੇ ਵਿੱਚ ਪਾਈ ਹੋਈ ਵੈਜੰਤੀ ਮਾਲਾ, ਉਹਦੀ ਜਿਹੜੀ ਪ੍ਰਕਾਸ਼ ਹੈ ਉਹ ਵੀ ਪਰਮੇਸ਼ਰ ਦੇ ਨਾਮ ਕਰਕੇ ਹੈ। ਪਸਮ ਸੋ ਤੀਨ ਦ੍ਰਿਗ ਸੋਦਾ ਸੁਰ ਪਾਨ ਹੈ। ਕਹਿੰਦੇ ਸ਼ਿਵ ਜੀ ਦੇ ਸਰੀਰ ਤੇ ਸਵਾਹ ਮਲੀ ਆ ਚਿੱਟੇ ਰੰਗ ਦੀ। ਉਹ ਸਵਾਹ ਵਿੱਚ ਵੀ ਜਿਹੜਾ ਚਿੱਟਾ ਰੰਗ ਹੈ ਨਾ, ਉਹ ਨਾਮ ਦਾ ਹੀ ਹੈ। ਨਾਮ ਤੋਂ ਬਿਨਾਂ ਇਹ ਚਿੱਟਾ ਰੰਗ ਹੁੰਦਾ ਹੀ ਨਾ, ਇਹ ਉਜਵਲਤਾਈ ਹੁੰਦੀ ਨਾ। ਇਹ ਪਰਮੇਸ਼ਰ ਦੇ ਨਾਮ ਦਾ ਹੀ ਪ੍ਰਤਾਪ ਹੈ। ਮਨ ਕੀਨੋ ਮੋਨੀ ਸਤੋ ਗਨ ਚੀਨ ਲੀਨੋ ਗੋਨੀ। ਜਿਹੜੀ ਸੁਧਾ ਸੁਰਾ ਪਾਨ ਹੈ, ਦੇਵਤਿਆਂ ਨੇ ਸੁਧਾ ਅੰਮ੍ਰਿਤ ਪੀਤਾ, ਉਹ ਅੰਮ੍ਰਿਤ ਦੇ ਵਿੱਚ ਜਿਹੜਾ ਚਿੱਟਾ ਰੰਗ ਹੈ, ਉਜਵਲਤਾਈ ਉਹ ਵੀ ਨਾਮ ਦੀ ਹੈ। ਮਨ ਕੀਨੋ ਮੁਨੀ, ਜਿਹੜੇ ਮੁਨੀਆਂ ਨੇ ਆਪਣਾ ਮਨ ਸ਼ੁੱਧ ਕਰ ਲਿਆ ਚਿੱਟਾ, ਉਹ ਕਿਵੇਂ ਹੋਇਆ? ਨਾਮ ਕਰਕੇ ਹੋਇਆ। ਸਤੋ ਗੁਣ ਚੀਨ ਲੀਨ ਗੁਨੀ, ਸਤੋ ਗੁਣ ਦਾ ਰੰਗ ਵੀ ਚਿੱਟਾ ਹੁੰਦਾ, ਉਹਦੇ ਵਿੱਚ ਵੀ ਉਜਵਲਤਾਈ ਜਿਹੜੀ ਆ ਉਹ ਨਾਮ ਦੀ ਮਹਿਮਾ ਹੈ। ਨਾਮ ਕੇ ਸੋ ਜਸ ਤੇ ਇਹ ਸਭੇ ਸ਼ੋਭਾਵਾਨ। ਇਹ ਸਾਰੇ ਤਾਂ ਸ਼ੋਭਦੇ ਨੇ ਕਿਉਂਕਿ ਨਾਮ ਪਰਮੇਸ਼ਰ ਦਾ ਬਲੀ ਹੈ। ਨਾਮ ਦੇ ਪ੍ਰਤਾਪ ਕਰਕੇ ਸਾਰੇ ਸ਼ੋਭਨੀਕ ਹੁੰਦੇ ਆ। ਇਹ ਸਾਰੇ ਸੁਭਾਏਮਾਨ ਹੁੰਦੇ। ਜੇ ਨਾਮ ਨਾ ਹੋਵੇ ਤੇ ਨਾਮ ਤੋਂ ਬਿਨਾਂ ਇਹਨਾਂ ਚੋਂ ਕੋਈ ਵੀ ਸੁਭਾਏਮਾਨ ਨਾ ਹੋਵੇ। ਕਬਿਤ ਤਾਤ ਸੁਤ ਮਾਤ ਹਿਤੂ ਸੋਦਰ ਸੋਹਦਰੀ ਸੋ। ਕਹਿੰਦੇ ਤਾਤ ਪਿਤਾ, ਪੁੱਤਰ, ਮਾਂ, ਹੇਤੂ, ਹੇਤੂ ਕਹਿੰਦੇ ਸੰਬੰਧੀ ਜਿਹੜੇ ਪ੍ਰੇਮ ਕਰਨ ਵਾਲੇ, ਸੋਧਰ ਸੋਹੋਦਰ। ਜਿਸ ਉਦਰ ਤੋਂ ਭਰਾ ਜੰਮਿਆ ਹੋਵੇ, ਜਿਸ ਉਦਰ ਤੋਂ ਮੇਰਾ ਜਨਮ, ਉਸੇ ਤੋਂ ਜਿਸ ਦਾ ਜਨਮ ਹੋਇਆ, ਯਾਨੀ ਕਿ ਭਰਾ, ਸੋਦਰ, ਸਹੋਦਰੀ, ਸਹੋਦਰੀ ਭੈਣ, ਤੇ ਇਹ ਜਿੰਨੇ ਸੰਬੰਧੀ ਦੱਸੇ ਹਨ। ਮੋਦ ਮੈਂ ਕਿਸ਼ੋਦਰੀ ਸੋ ਗਾਡੋ ਲਪਟਾਇਓ ਹੈ। ਸੋਦਰੀ, ਧਰਮ ਸੁਪਤਨੀ, ਕਹਿੰਦੇ ਇਹਨਾਂ ਦੇ ਨਾਲ ਬੜੀ ਖੁਸ਼ੀ ਕਰਕੇ ਬੰਦਾ ਇਹਨਾਂ ਸਾਰੇ ਸੰਬੰਧੀਆਂ ਵਿੱਚ ਲੰਪਟ ਹੋ ਰਿਹਾ, ਮੋਹ ਨਾਲ ਇਹਨਾਂ ਦੇ ਵਸੀਕਾਰ ਹੋ ਰਿਹਾ ਹੈ। ਮਤ ਜੇ ਮਤੰਗ ਜਵੀ ਚੰਚਲ ਤੋ ਰੰਗ ਬ੍ਰਿੰਦ। ਮਸਤ ਹੋ ਕੇ ਚੱਲਣ ਵਾਲੇ ਹਾਥੀ, ਹਵਾ ਨਾਲੋਂ ਵੀ ਤੇਜ਼ ਘੋੜਿਆਂ ਦੇ ਉੱਤੇ ਇਹਦੀ ਬਿਰਤੀ ਹੈ। ਆਨੀ ਚਤੁਰੰਗੀ ਸੋ ਰਿਦਾ ਹੁਲ ਸਾਇਓ ਹੈ। 4 ਪ੍ਰਕਾਰ ਦੀ ਫੌਜ ਦਾ ਮਾਲਕ ਹੈ। ਉਹਨੂੰ ਵੇਖ ਕੇ ਬੜਾ ਖੁਸ਼ ਹੁੰਦਾ ਕਿ ਮੇਰੇ ਕੋਲ ਇੰਨਾ ਕੁਝ ਹੈ। ਆਤ ਨਿਤ ਹਾਥ ਚਾਹੇ ਜਨਮ ਅਕਾਤ ਖੋਤ। ਰੋਜ਼ ਚਾਹੁੰਦਾ ਹੋਰ ਆਵੇ ਮਾਇਆ ਮੇਰੇ ਕੋਲ, ਹੋਰ ਆਵੇ, ਤੇ ਇਦਾਂ ਹੀ ਆਪਣਾ ਜਨਮ ਅਕਾਰਥ ਗਵਾ ਰਿਹਾ ਹੈ। ਅੰਤ ਕੋ ਨਾ ਸਾਥ ਮਨ ਜਾਂ ਸੋ ਡਹਿ ਕਾਇਓ ਹੈ। ਉਹ ਮਨਾ ਅੰਤ ਨੂੰ ਇਹਨਾਂ ਵਿੱਚੋਂ ਜੋ ਉੱਪਰ ਦੱਸੇ ਨੇ ਕੋਈ ਵੀ ਨਾਲ ਨਹੀਂ ਨਿਭਣ ਵਾਲਾ, ਜਿਨ੍ਹਾਂ ਪਿੱਛੇ ਤੂੰ ਡਹਿਕਦਾ ਫਿਰਦਾ। ਕੂੜ ਹੈ ਰੇ ਕੂੜ ਮਨ ਮੂੜ ਲਗ ਨਾਮ ਰੂੜ। ਇਹ ਮੇਰਿਆ ਮਨਾ ਇਹ ਸਭ ਝੂਠ ਹੈ, ਝੂਠ ਹੈ, ਝੂਠ ਹੈ। ਲਗ ਨਾਮ ਰੂੜ, ਹਿਆਲੇ ਵੀ ਮੂਰਖ ਮਨਾ ਸਮੈ। ਪਰਮੇਸ਼ਰ ਦਾ ਜਿਹੜਾ ਸੋਹਣਾ ਜਿਹਾ ਨਾਮ ਹੈ ਨਾ, ਉਹਦੇ ਨਾਲ ਲੱਗ ਜਾ, ਉਹਦੇ ਨਾਲ ਜੁੜ ਜਾ। ਸਾਚੇ ਕੋ ਬਨਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ। ਇਹ ਸਾਰਾ ਸੰਸਾਰ ਸੱਚੇ ਨੇ ਬਣਾਇਆ ਤਾਂ ਸੱਚ ਲੱਗਦਾ, ਉਹਦਾ ਸੱਚ ਹੈ ਨਹੀਂ। ਸੱਚੇ ਨੇ ਬਣਾਇਆ ਤਾਂ ਸੱਚ ਲੱਗਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੂੜ ਹੈ ਰੇ ਕੂੜ ਮਨ ਮੂੜ ਲਗ ਨਾਮ ਰੂੜ। ਸਾਚੇ ਕੋ ਬਨਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ।
ਸੱਚੇ ਦਾ ਬਣਾਇਆ ਹੋਣ ਕਰਕੇ ਸੱਚਾ ਲੱਗਦਾ, ਸੱਚ ਹੈ ਨਹੀਂ, ਇਹ ਸਭ ਝੂਠ ਹੈ। ਇਹ ਮੇਰਿਆ ਮੂਰਖ ਮਨਾ, ਹਾਲੇ ਵੀ ਵੇਲਾ ਹੈ, ਪਰਮੇਸ਼ਰ ਦੇ ਸੋਹਣੇ ਜੇ ਅੰਮ੍ਰਿਤ ਨਾਮ ਨਾਲ ਜੁੜ ਜਾ, ਭਜਨ ਕਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬ ਦਾ ਅੰਮ੍ਰਿਤ ਨਾਮ ਸਾਡੇ ਹਿਰਦਿਆਂ 'ਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਸਮਾਣਾ ਫਤਿਹ ਦਿਵਸ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਉਦਮ ਕੀਤਾ ਗਿਆ ਹੈ। 11 ਨਵੰਬਰ ਨੂੰ ਵੱਡੇ ਸਮਾਗਮ ਹੋਣਗੇ ਗੁਰਦੁਆਰਾ ਥੜਾ ਸਾਹਿਬ, ਔਰ ਉਸ ਸਬੰਧ ਵਿੱਚ 23 ਤਰੀਕ ਨੂੰ ਗੁਰਦੁਆਰਾ ਥੜਾ ਸਾਹਿਬ ਵਿਖੇ ਸ਼ਾਮ ਨੂੰ ਤਕਰੀਬਨ 5 ਵਜੇ ਤੋਂ ਲੈ ਕੇ 8 ਵਜੇ ਤੱਕ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਸੰਬੰਧੀ ਨਾਟਕ ਹੋਵੇਗਾ। ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਉਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ, ਇਤਿਹਾਸ ਤੋਂ ਜਾਣੂ ਹੋਵੋ। ਜਿਹੜੇ ਮਾਈ ਭਾਈ ਜਾਣਾ ਚਾਹੁੰਦੇ ਨੇ ਥੜਾ ਸਾਹਿਬ ਮਹਾਰਾਜ ਜੀ ਦੇ ਸਥਾਨਾਂ ਦੀ ਯਾਤਰਾ ਵੀ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੱਸ ਦਾ ਪ੍ਰਬੰਧ ਕਰ ਦਿੱਤਾ ਜਾਏਗਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ। ਤੋ ਆਪਣੇ ਨਾਮ ਜਿਹੜੇ ਹਨ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਦੇ ਵਿੱਚ ਕਿਰਪਾ ਕਰਕੇ ਲਿਖਵਾ ਦਿਓ, ਤਾਂ ਜੋ ਉਸ ਮੁਤਾਬਕ ਸੰਗਤ ਨੂੰ ਲਿਜਾਣ ਵਾਸਤੇ ਬੱਸਾਂ ਦਾ ਜੋ ਹੈ ਉਹ ਪ੍ਰਬੰਧ ਕੀਤਾ ਜਾ ਸਕੇ। ਬੇਨਤੀ ਸਾਰੀ ਸੰਗਤ ਨੇ ਪ੍ਰਵਾਨ ਕਰਨੀ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਜੋ 22 ਤਰੀਕ ਨੂੰ ਪਰਸੋਂ ਆ ਰਹੇ ਹਨ, ਸਤਿਗੁਰਾਂ ਦੇ ਪਾਵਨ ਪੁਰਬਾਂ ਦੇ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਅੱਜ ਸੁਬਾਹ 10 ਵਜੇ ਸ੍ਰੀ ਅਖੰਡ ਪਾਠ ਸਾਹਿਬ 13 ਨੰਬਰ ਕਮਰੇ 'ਚ ਸਰੋਵਰ ਦੇ ਕਿਨਾਰੇ ਆਰੰਭ ਹੋ ਗਏ ਨੇ। ਪਰਸੋਂ ਸਵੇਰੇ 9:30 ਵਜੇ ਸਮਾਪਤੀ ਤੋਂ ਬਾਅਦ ਜੋ ਅਮਰ ਸੰਚਾਰ ਹਾਲ ਹੈ ਉੱਥੇ 10 ਤੋਂ 11 ਵਜੇ ਤੱਕ ਸਮਾਗਮ ਹੋਣਗੇ। ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਸ਼ੁਕਰਾਨਾ ਕੀਤਾ ਜਾਏਗਾ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਰਸੋਂ ਵੀ ਆਪ ਜੀ ਸਮਾਗਮਾਂ 'ਚ ਹਾਜ਼ਰੀਆਂ ਭਰ ਕੇ ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 हे अच्युत हे पार ब्रह्म अबनासी अगनास हे पूरन हे सर्वमय दुख भंजन गुण तास हे संगी हे निरंकार हे निर्गुण सब टेक हे गोबिंद हे गुण निधान या के सदा बबेक हे अपरंपर हर हरे है पियो अणहारे हे संत कै सदा संग निधारा आधार हे ठाकुर हों दासरो मैं निर्गुण गुण नहीं कोई नानक दीजै नाम दान राखो ये परोए आए प्रभ शरणागति कृपा निध दयाल एक अखर हर मन बस्त नानक ओत निहाल वाहिगुरु नाम जहाज है जड़े सो तेरे पारे जो शरदा कर से बंदे गुर पारी उतार निहार वाहिगुरु नाम जहाज है जड़े सो तेरे पारे जो शरदा कर से बंदे गुर पारी उतार निहार वाहिगुरु जी का खालसा वाहिगुरु जी की फतेह।
सच नानक होसी भी सच एक ओंकार सतनाम करता पुरख निर्भय निर्वैर अकाल मूर्त आजुने स्वयं गुरबख्शाय जप आद सच जुगाद सच है भी सच नानक होसी भी सच एक ओंकार सतनाम करता पुरख निर्भय निर्वैर अकाल मूर्त आजुने स्वयं गुरबख्शाय जप आद सच जुगाद सच है भी सच नानक होसी भी सच एक ओंकार सतनाम करता पुरख निर्भय निर्वैर अकाल मूर्त आजुने स्वयं गुरबख्शाय जप आद सच जुगाद सच है भी सच नानक होसी भी सच नानक नाम चढ़ी कला